ਪੰਜਾਬ 'ਚ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਤਾਂ ਲੋਕਾਂ ਦੀ ਸਭ ਤੋਂ ਵਧੇਰੇ ਨਜ਼ਰ ਹੌਟ ਸੀਟਾਂ ਤੇ ਸੀ ਤੇ ਇਹਨਾਂ ਹੌਟ ਸੀਟਾਂ ਦੇ ਵਿੱਚੋਂ ਇੱਕ ਸਭ ਤੋਂ ਜ਼ਿਆਦਾ ਜਿਹੜੀ ਕਹਿ ਲਓ ਸੀਟ ਤੇ ਨਜ਼ਰ ਸੀ ਲੋਕਾਂ ਦੀ, ਉਹ ਸੀ ਅੰਮ੍ਰਿਤਸਰ ਪੂਰਬੀ, ਜਿੱਥੇ ਮੁਕਾਬਲਾ ਸੀ ਆਮ ਆਦਮੀ ਪਾਰਟੀ ਦੀ ਉਮੀਦਵਾਰ ਜੀਵਨਜੋਤ ਕੌਰ, ਉਧਰੋਂ ਸਿਆਸਤ ਦੇ ਧਨਾੜ ਮੰਨੇ ਜਾਂਦੇ ਨਵਜੋਤ ਸਿੰਘ ਸਿੱਧੂ ਤੇ ਅਕਾਲੀ ਦਲ ਦੇ ਵੱਡੇ ਲੀਡਰ ਬਿਕਰਮ ਸਿੰਘ ਮਜੀਠੀਆ। ਬੇਸ਼ੱਕ ਜੀਵਨਜੋਤ ਹੋਰਾਂ ਨੇ ਇਹ ਡੈਬਿਊ ਕੀਤਾ ਸੀਗਾ, ਪਰ ਇਸ ਦੇ ਬਾਵਜੂਦ ਜਿਹੜੇ ਵੱਡੇ ਲੀਡਰ ਸੀ ਉਹਨਾਂ ਨੂੰ ਮਾਤ ਖਾਣੀ ਪਈ ਹੈ ਤੇ ਉਹ ਹਾਰ ਗਏ। ਖਾਸ ਗੱਲ ਇਹ ਵੀ ਹੈ ਕਿ ਚੋਣਾਂ ਤੋਂ ਬਾਅਦ ਦੋਹਾਂ ਨੂੰ ਜਿੱਥੇ ਸਿਆਸਤ ਤੋਂ ਬਾਹਰ ਦਾ ਰਸਤਾ ਤਾਂ ਵੇਖਿਆ ਹੀ ਆ, ਉੱਥੇ ਹੀ ਜੇਲ੍ਹ ਦਾ ਰਾਹ ਵੀ ਵੇਖਣਾ ਪਿਆ ਹੈ। ਇਸ ਵਕਤ ਸਾਡੇ ਨਾਲ ਮੈਡਮ ਜੀਵਨਜੋਤ ਕੌਰ ਮੌਜੂਦ ਨੇ, ਆਮ ਆਦਮੀ ਪਾਰਟੀ ਦੇ ਵਿਧਾਇਕ। ਇਹਨਾਂ ਦੇ ਨਾਲ ਜਿੱਥੇ ਅਸੀਂ ਇਹਨਾਂ ਦੀ ਨਿੱਜੀ ਜ਼ਿੰਦਗੀ ਤੇ ਗੱਲਬਾਤ ਕਰਾਂਗੇ, ਉੱਥੇ ਹੀ ਸਿਆਸੀ ਤਕਰੀਰਾਂ ਵੀ ਹੋਣਗੀਆਂ। ਸਭ ਤੋਂ ਪਹਿਲਾਂ ਤਾਂ ਮੈਡਮ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ। ਥੈਂਕ ਯੂ ਰਮਨਦੀਪ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੈਡਮ, ਵੈਸੇ ਤਾਂ ਮੈਂ ਨਿੱਜੀ ਗੱਲਬਾਤ ਤੋਂ ਪ੍ਰੋਗਰਾਮ ਸ਼ੁਰੂ ਕਰਨਾ ਸੀ, ਪਰ ਇੱਕ ਪੋਲੀਟੀਕਲ ਸਵਾਲ ਸਭ ਤੋਂ ਪਹਿਲਾਂ ਕਰਦਾ ਕਿ ਜਿਹੜੇ ਦੋ ਲੋਕਾਂ ਨੂੰ ਤੁਸੀਂ ਹਰਾ ਦਿੱਤਾ, ਹਾਰ ਤਾਂ ਗਏ ਪਰ ਨਾਲ ਦੀ ਨਾਲ ਹੀ ਜੇਲ੍ਹ ਦਾ ਰਸਤਾ ਵੀ ਵੇਖਣਾ ਪਿਆ, ਦੋਵਾਂ ਨੂੰ ਜੇਲ੍ਹ ਹੋ ਗਈ ਹੈ, ਕੀ ਪ੍ਰਤੀਕਿਰਿਆ ਤੁਹਾਡੀ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜੇਲ੍ਹ ਭਿਜਵਾਉਣ ਵਾਲੇ ਅਸੀਂ ਕੌਣ ਹੁੰਦੇ ਹਾਂ, ਪਰ ਨਾਲ ਹੀ ਮੇਰਾ ਇਹ ਵੀ ਮੰਨਣਾ ਹੈ ਕਿ ਕਦੇ ਵੀ ਜ਼ਿੰਦਗੀ ਦੇ ਵਿੱਚ ਬਹੁਤਾ ਹੰਕਾਰ ਨਹੀਂ ਕਰਨਾ ਚਾਹੀਦਾ। ਕਹਿੰਦੇ ਅੱਤ ਖੁਦਾ ਦਾ ਵੈਰ ਹੁੰਦਾ ਹੈ। ਸੋ ਇਹ ਬੇਸਿਕਲੀ ਜਿਹੜਾ ਹੈ ਹੰਕਾਰ ਤੋੜਿਆ ਪਰਮਾਤਮਾ ਨੇ। ਸੋ ਮੇਰਾ ਖਿਆਲ ਹੈ ਕਿ ਕਿਸੇ ਵੀ ਲੀਡਰ ਨੂੰ ਕਦੇ ਇੰਨਾ ਹੰਕਾਰ ਨਹੀਂ ਕਰਨਾ ਚਾਹੀਦਾ ਕਿ ਤੁਸੀਂ ਜਿਨ੍ਹਾਂ ਲੋਕਾਂ ਦੇ ਕਰਕੇ ਜਿੱਤੇ ਹੋ ਤੁਸੀਂ ਉਹਨਾਂ ਨੂੰ ਹੀ ਬੰਦਾ ਨਾ ਸਮਝੋ। ਤੇ ਉਹ ਜਿਵੇਂ ਮਾਨ ਸਾਹਿਬ ਅਕਸਰ ਹੀ ਕਹਿੰਦੇ ਹੁੰਦੇ ਆ ਕਿ ਜੇ ਲੋਕ ਚਾਹਣ ਤੇ ਲੀਡਰ ਅਰਸ਼ ਤੇ ਹੈ, ਲੋਕ ਚਾਹਣ ਤੇ ਲੀਡਰ ਫਰਸ਼ ਤੇ ਹੈ। ਸੋ ਹਮੇਸ਼ਾ ਜਿਹੜਾ ਹੈ ਉਹ ਲੋਕਾਂ ਦੇ ਵਿੱਚ ਹੀ ਰਹੋ, ਨਾ ਤਾਂ ਤੁਹਾਨੂੰ ਅਰਸ਼ ਦਿਖੇ ਤੇ ਨਾ ਫਰਸ਼ ਦਿਖੇ। ਸੋ ਗਰਾਊਂਡਡ ਰਹਿਣਾ ਬਹੁਤ ਜ਼ਰੂਰੀ। ਦੋਹਾਂ ਚੋਂ ਵਧੇਰੇ ਤੁਹਾਨੂੰ ਕਹਿ ਲਓ ਕਿ ਹੰਕਾਰੀ ਕੌਣ ਲੱਗਦਾ ਸੀ, ਨਵਜੋਤ ਜਾਂ ਬਿਕਰਮ? ਦੇਖੋ, ਹੈਗੇ ਤੇ ਦੋਨੇ ਇੱਕੇ ਜਿਹੇ ਸੀਗੇ, ਪਰ ਮੇਰਾ ਖਿਆਲ ਸਿੱਧੂ ਸਾਹਿਬ ਬਹੁਤ ਓਪਨ ਸੀਗੇ ਉਸ ਚੀਜ਼ ਬਾਰੇ। ਜਿਸ ਤਰ੍ਹਾਂ ਲੈਂਗੁਏਜ ਜੇ ਮੈਂ ਗੱਲ ਕਰਦੀ ਤਾਂ ਦੋਨਾਂ ਦੀ ਇੱਕੇ ਜਿਹੀ ਸੀਗੀ, ਪਰ ਆਈ ਹੈਵ ਸੀਨ ਐਨ ਨੰਬਰ ਆਫ ਟਾਈਮਸ ਕਿ ਸਿੱਧੂ ਸਾਹਿਬ ਮੀਡੀਆ ਪਰਸਨਸ ਦੇ ਨਾਲ ਵੀ ਤੂੰ ਕਰਕੇ ਤੈਂ ਕਰਕੇ ਉਹ ਇਹ ਕਰਕੇ ਗੱਲ ਕਰਨੀ, ਜਿਸ ਤਰ੍ਹਾਂ ਬੰਦੇ ਨੂੰ ਬੰਦਾ ਨਾ ਸਮਝਣਾ। ਸੋ ਮੈਨੂੰ ਲੱਗਦਾ ਵੀ ਬਹੁਤ ਜ਼ਿਆਦਾ ਹੰਕਾਰੇ ਗਏ ਸੀਗੇ ਉਹ। ਰਾਈਟ। ਅਕਾਲੀ ਦਲ ਕਹਿ ਰਿਹਾ ਹੈ ਕਿ ਵੰਡਾਟਾ ਹੋਇਆ ਸਾਡੇ ਨਾਲ ਬਿਕਰਮ ਵਾਲੇ ਕੇਸ 'ਚ। ਹੁਣ ਵੀ ਕਹਿੰਦੇ ਜੇਲ੍ਹ 'ਚ ਤੁਸੀਂ ਬਿਕਰਮ ਸਿੰਘ ਮਜੀਠੀਆ ਨੂੰ ਬੜਾ ਤੰਗ ਕਰੀ ਜਾਂਦੇ ਹੋ, ਤੁਹਾਡੀ ਸਰਕਾਰ ਤੰਗ ਬਹੁਤ ਕਰਦੀ ਹੈ। ਦੇਖੋ, ਆਮ ਆਦਮੀ ਪਾਰਟੀ ਡੇ 1 ਤੋਂ ਇੱਕ ਹੀ ਗੱਲ ਕਰਦੀ ਸੀ ਕਿ ਅਸੀਂ ਰਾਜਨੀਤੀ ਬਦਲਣ ਆਏ ਹਾਂ, ਰਾਜਨੀਤੀ ਕਰਨ ਨਹੀਂ ਆਏ। ਔਰ ਇਹ ਸਭ ਤੋਂ ਪਹਿਲੀ ਐਗਜ਼ਾਮਪਲ ਹੈ ਉਹਦੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਉਹ ਜਿਹੜੇ ਚੇਂਜਸ ਦੀ ਗੱਲ ਕਰਦੀ ਸੀਗੀ। ਸੋ ਪਰ ਅਸੀਂ ਇਹ ਨਹੀਂ ਸੀ ਸੋਚਿਆ ਕਿ ਇਹ ਹੀ ਟਾਰਗੇਟ ਬਣ ਜਾਣਗੇ ਉਹਨਾਂ ਚੇਂਜਸ ਦੇ ਵਿੱਚ। ਤੇ ਪਰ ਇਹ ਜੀ ਵੈਂਡੇਟਾ ਵਾਲੀ ਕੋਈ ਗੱਲ ਨਹੀਂ ਹੈ ਜੀ। ਇਹ ਲੋਕਾਂ ਦਾ ਫੈਸਲਾ ਸੀਗਾ। ਲੋਕਾਂ ਨੇ ਬੜਾ ਮਾਣ ਪਿਆਰ ਦਿੱਤਾ ਆਮ ਆਦਮੀ ਪਾਰਟੀ ਨੂੰ, ਐਡਾ ਵੱਡਾ ਫਤਵਾ ਦਿੱਤਾ, ਪਰ ਉਹਦੇ ਨਾਲ ਐਡੇ ਵੱਡੇ ਫਤਵੇ ਦੇ ਨਾਲ ਇੱਕ ਉਸ ਤੋਂ ਵੀ ਵੱਡੀ ਇੱਕ ਜ਼ਿੰਮੇਵਾਰੀ ਸਾਡੇ ਸਿਰ 'ਤੇ ਹੈ। ਔਰ ਅਸੀਂ ਲੋਕਾਂ ਨੂੰ ਅੱਜ ਵੀ ਇਹੀ ਕਹਿੰਦੇ ਕਿ ਅਸੀਂ ਮੁਨਕਰ ਨਹੀਂ, ਅਸੀਂ ਜਿੱਦਾਂ ਤੁਹਾਡੇ 'ਚ ਇਹ ਕੈਂਪੇਨ ਦੇ ਦੌਰਾਨ ਵਾਅਦੇ ਕਰਦੇ ਸੀ ਕਿ ਤੁਹਾਡੇ ਵਿੱਚ ਬੈਠਾਂਗੇ, ਉਸ ਤਰ੍ਹਾਂ ਹੀ ਤੁਹਾਡੇ ਵਿੱਚ ਬੈਠੇ ਹਾਂ। ਔਰ ਜਿਹੜਾ ਮੌਕਾ ਮੰਗਦੇ ਸੀ, ਘਰ ਘਰ ਜਾ ਕੇ ਮੌਕਾ ਮੰਗਿਆ, ਇੱਕ ਮੌਕਾ ਕੇਜਰੀਵਾਲ ਨੂੰ ਲੋਕਾਂ ਨੇ ਬੜੇ ਵੱਡੇ ਦਿਲ ਦੇ ਨਾਲ ਉਹ ਮੌਕਾ ਦਿੱਤਾ ਹੈ। ਸੋ ਹਮੇਸ਼ਾ ਰਿਣੀ ਰਵਾਂਗੇ ਉਹਨਾਂ ਦੇ, ਔਰ ਉਹਨਾਂ ਦੇ ਵਿੱਚ ਹੀ ਰਵਾਂਗੇ। ਬੇਸ਼ੱਕ ਪੂਰਬੀ ਦੇ ਲੋਕਾਂ ਨੇ ਜੀਵਨਜੋਤ ਨੂੰ ਸਿਆਸੀ ਜੀਵਨ ਦਿੱਤਾ ਹੈ, ਪਰ ਚੁਣੌਤੀ ਕਿੱਡੀ ਕੁ ਵੱਡੀ ਸੀ? ਕਿਉਂਕਿ ਬੰਦਾ ਸੋਚਦਾ ਜ਼ਰੂਰ ਹੈ ਕਿ ਇੱਕ ਪਾਸੇ ਤਾਂ ਐਡੇ ਐਡੇ ਵੱਡੇ ਲੀਡਰ ਹੈਗੇ ਆ, ਔਰ ਖ਼ਾਸ ਤੌਰ 'ਤੇ ਉਹ ਲੀਡਰ ਜਿਹੜੇ ਕਿ ਇੰਟਰਨੈਸ਼ਨਲ ਲੈਵਲ 'ਤੇ ਪਰਸਨੈਲਿਟੀਜ਼ ਹੈਗੀਆਂ ਸੀ। ਨਵਜੋਤ ਦਾ ਬਹੁਤ ਵੱਡਾ ਨਾਂ ਸੀ, ਲਗਾਤਾਰ ਜਿੱਤਦੇ ਆ ਰਹੇ ਸੀ। ਬਿਕਰਮ ਸਿੰਘ ਮਜੀਠੀਆ ਵੀ ਆਪਣੇ ਆਪ ਦੇ ਅੰਦਰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ। ਓਨੈਸਟਲੀ ਦੱਸਿਓ, ਘਬਰਾਹਟ ਕਿੰਨੀ ਕੁ ਸੀ ਜਦੋਂ ਤੁਹਾਨੂੰ ਅਨਾਉਂਸ ਕੀਤਾ? ਰਮਨ, ਇਹ ਸਵਾਲ ਤੇ ਮੇਰੇ ਲਈ ਹੁਣ ਇੰਨਾ ਜ਼ਿਆਦਾ ਕਾਮਨ ਹੋ ਗਿਆ ਹੈ ਕਿ ਡਿਊਰਿੰਗ ਦ ਕੈਂਪੇਨ ਪਹਿਲਾ ਸਵਾਲ ਮੇਰੇ ਤੋਂ ਇਹੀ ਕੀਤਾ ਜਾਂਦਾ ਸੀ, ਮੈਮ ਕਿੰਨਾ ਡਰ ਲੱਗਦਾ ਹੈ ਜਾਂ ਕਿੰਨਾ ਕੁ ਪੈਨਿਕ ਹੋ ਜਾਂ ਕੁਛ ਹੈ। ਤਾਂ ਮੈਂ ਉਦੋਂ ਵੀ ਉਹਨਾਂ ਨੂੰ ਇਹੀ ਕਹਿੰਦੀ ਸੀ ਕਿ ਵੀ ਤੁਹਾਨੂੰ ਮੇਰਾ ਮੂੰਹ ਦੇਖ ਕੇ ਲੱਗਦਾ ਕਿ ਮੈਨੂੰ ਕੋਈ ਡਬਲ ਕੰਪੈਰੀਜ਼ਨ ਹੋ ਗਿਆ ਨਾ ਕਿ ਜਿੱਤ ਵੀ ਗਏ ਹੋ। ਇੱਕ ਵਾਰ ਵੀ ਨਹੀਂ ਰਮਨ, ਉਹਦਾ ਰੀਜ਼ਨ ਹੈ, ਦੋ ਰੀਜ਼ਨਸ ਬਹੁਤ ਮੈਂ ਇੱਥੇ ਮੈਂਸ਼ਨ ਕਰਨੇ ਚਾਹਾਂਗੀ। ਚਾਹੇ ਟਿਕਟ ਲੇਟ ਅਨਾਉਂਸ ਹੋਈ ਸੀ, ਸਮਾਂ ਬਹੁਤ ਥੋੜਾ ਸੀ, ਪਰ ਅਸੀਂ ਕੋਸ਼ਿਸ਼ ਕੀਤੀ ਕਿ ਡੋਰ ਟੂ ਡੋਰ ਜਿੰਨਾ ਮੈਕਸਿਮਮ ਕੀਤਾ ਜਾ ਸਕੇ। ਉਹ ਡੋਰ ਟੂ ਡੋਰ ਦੇ ਦੌਰਾਨ ਜਿੰਨਾ ਪਿਆਰ ਲੋਕਾਂ ਨੇ ਦਿੱਤਾ, ਬਜ਼ੁਰਗ ਮਿਲਦੇ ਸੀ ਤਾਂ ਕਹਿੰਦੇ ਸੀ ਕਿ ਧੀਏ ਵੇਸਲੀ ਹੋ ਕੇ ਜਾ ਕੇ ਸੌਂ ਜਾ, ਤੂੰ ਤਾਂ ਜਿੱਤੀ ਪਈ ਹੈ। ਤੇ ਮੈਂ ਕਹਿੰਦੀ ਸੀ ਨਹੀਂ ਨਹੀਂ ਬਜ਼ੁਰਗੋ, ਇੱਦਾਂ ਨਹੀਂ ਕਹੋ, ਸਾਨੂੰ ਤਾਂ ਜੇ ਬਹੁਤ ਕੰਮ ਕਰਨਾ ਪੈਣਾ। ਜਾਂ ਲੋਕ ਇਹ ਕਹਿੰਦੇ ਸੀ ਕਿ ਮੈਮ ਤੁਸੀਂ ਤੇ ਹੁਣ ਆਏ ਹੋ, ਅਸੀਂ ਤੇ ਪਹਿਲਾਂ ਹੀ ਮਨ ਬਣਾਇਆ ਕਿ ਅਸੀਂ ਵੋਟ ਆਮ ਆਦਮੀ ਪਾਰਟੀ ਨੂੰ ਪਾਉਣਾ।
ਸੋ ਇਸ ਵਾਰ ਦਾ ਜਿਹੜਾ ਇਲੈਕਸ਼ਨ ਸੀਗਾ ਇਹ ਬਦਲਾਵ ਦਾ ਇਲੈਕਸ਼ਨ ਸੀਗਾ। ਆਫ ਕੋਰਸ ਉਹਦੇ ਵਿੱਚ ਮਿਹਨਤ ਮੈਟਰ ਕਰਦੀ ਹੈ ਔਰ ਕੰਮ ਵੀ ਆਉਂਦੀ ਹੈ ਔਰ ਕਰਨੀ ਵੀ ਪੈਂਦੀ ਹੈ, ਪਰ ਯੈਸ ਲੋਕ ਆਪਣਾ ਮਨ ਬਣਾ ਚੁੱਕੇ ਸੀ ਕਿ ਇਸ ਵਾਰ ਵੋਟ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਪਾਉਣਾ ਹੈ ਔਰ ਇੱਕ ਮੌਕਾ ਅਰਵਿੰਦ ਕੇਜਰੀਵਾਲ ਨੂੰ ਦੇਣਾ ਹੀ। ਜਿੱਤਿਆ ਕੌਣ ਹੈ, ਜੀਵਨ ਜੋਤ ਜਾਂ ਆਮ ਆਦਮੀ ਪਾਰਟੀ? ਆਮ ਆਦਮੀ ਪਾਰਟੀ। ਇੰਡੀਵਿਜੂਅਲ ਮੈਟਰ ਕਰਦਾ ਤੁਹਾਨੂੰ ਲੱਗਦਾ? ਦੇਖੋ ਇੰਡੀਵਿਜੂਅਲ ਮੈਟਰ ਸਿਰਫ ਉੱਥੇ ਤੱਕ ਕਰਦਾ ਹੈ ਕਿ ਆਪਣੇ ਵੱਲੋਂ 100% ਐਫਰਟ ਹੋਣੀ। ਵਿਰੋਧੀ ਇਹ ਵੀ ਗੱਲ ਕਹਿੰਦੇ ਨਵੇਂ ਜਿਹੇ ਆਏ ਸੀ, ਇਹਨਾਂ ਦਾ ਦਾਅ ਲੱਗ ਗਿਆ, ਕਹਿੰਦੇ ਵੇਵ 'ਚ। ਨਹੀਂ, ਕੰਮ ਕਰਨਾ ਪਿਆ ਜੀ, ਪਾਰਟੀ ਨੇ ਕੀਤਾ। ਆਫਟਰ ਆਲ ਪਾਰਟੀ ਨੇ ਤਾਂ ਕੰਮ ਕੀਤਾ ਆ। ਕੈਂਪੇਨ ਸੀਗੀ, ਬੜੀ ਸਟ੍ਰੈਟੇਜਿਕਲ ਕੈਂਪੇਨ ਸੀ, ਅਸੀਂ ਉਹਦਾ ਹਿੱਸਾ ਰਹੇ ਹਾਂ। ਔਰ ਕਿਉਂਕਿ ਮੈਂ ਜ਼ਿਲ੍ਹਾ ਪ੍ਰਧਾਨ ਵੀ ਸੀ ਮਤਲਬ ਅਜੇ ਵੀ ਕੋਈ ਨਵੇਂ ਆਏ ਨਹੀਂ ਹੈ ਜੀ, ਬਿਲਕੁਲ। ਯਾ ਆਈ ਵਾਸ ਦ ਸਿਟੀ ਪ੍ਰੈਜ਼ੀਡੈਂਟ ਆਲਸੋ, ਤੇ ਮੈਨੂੰ ਪਤਾ ਹੈ ਕਿ ਸਾਡੀਆਂ ਕੈਂਪੇਨਸ ਮਿਹਨਤ ਵਾਲੀਆਂ ਕੈਂਪੇਨ ਸੀਗੀਆਂ, ਲਿਖਤੀ ਕੰਮ ਮੰਗਦੀਆਂ ਸੀਗੀਆਂ, ਲੋਕਾਂ ਨੂੰ ਜਾਣਾ, ਲੋਕਾਂ ਦੇ ਘਰ ਘਰ ਜਾ ਕੇ ਕੰਮ ਕਰਨਾ, ਚਾਹੇ ਉਹ ਕਿਸੇ ਵੀ ਤਰੀਕੇ ਦੀ ਐਕਟੀਵਿਟੀ ਸੀਗੀ। ਬੇਸਿਕਲੀ ਉਹਦਾ ਪਰਪਸ ਹੁੰਦਾ ਸੀਗਾ ਕਿ ਲੋਕਾਂ ਦੇ ਵਿੱਚ ਜਾ ਕੇ ਮਿਲਣਾ ਔਰ ਉਹਨਾਂ ਨੂੰ ਸਮਝਾਉਣਾ। ਸੋ ਡੈਫੀਨੇਟਲੀ ਹਾਰਡ ਵਰਕ ਮੈਟਰ ਕਰਦਾ ਹੈ। ਇਹਨਾਂ ਦੋਵਾਂ ਦੀ ਹਾਰ ਦਾ ਕਾਰਨ ਕੀ ਮੰਨਦੇ ਹੋ? ਦੇਖੋ ਮੈਂ ਜਿਵੇਂ ਸਭ ਤੋਂ ਪਹਿਲਾਂ ਕਿਹਾ ਕਿ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ। ਸੋ ਇਹ ਸਾਰੇ ਲੀਡਰਸ ਆਪਣੇ ਆਪ 'ਚ ਇੰਨਾ ਹੰਕਾਰੇ ਗਏ ਸੀਗੇ ਕਿ ਲੋਕਾਂ ਨੂੰ ਲੋਕ ਹੀ ਨਹੀਂ ਸਮਝਦੇ ਸੀਗੇ। ਕਦੇ ਉਹਨਾਂ ਨੇ ਦੇਖਿਆ ਹੀ ਨਹੀਂ। ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਕਦੀ ਆਪਣਾ ਐਮਐਲਏ ਦੇਖਿਆ? ਉਹ ਕਹਿੰਦੇ ਜੀ ਅਸੀਂ ਤਾਂ ਕਦੇ ਦੇਖਿਆ ਹੀ ਨਹੀਂ ਹੈ। ਕਦੇ ਦੇਖਿਆ ਹੀ ਨਹੀਂ ਵਾਸ ਦ ਵਰਡ। ਰਾਈਟ। ਬਹੁਤ ਵੱਡੀ ਗੱਲ ਹੈ। ਐਂਟੀ ਇਨਕੰਬੈਂਸੀ ਬਹੁਤ ਜ਼ਿਆਦਾ ਸੀ ਉਹਨਾਂ ਦੀ ਔਰ ਉਹਨਾਂ ਨੇ ਕੀਤਾ ਕੁਝ ਨਹੀਂ ਸੀ। ਜਿਹੜਾ ਤੁਸੀਂ ਮੈਨੂੰ ਪੁੱਛਿਆ ਕਿ ਸਭ ਤੋਂ ਵੱਡਾ ਚੈਲੰਜ ਉਦੋਂ ਕੌਣ ਲੱਗਦਾ ਸੀ ਦੋਨਾਂ ਚੋਂ, ਤਾਂ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਨੂੰ ਇਹਨਾਂ ਦੋਨਾਂ ਲੀਡਰਸ ਚੋਂ ਕੋਈ ਬੰਦਾ ਵੀ ਚੈਲੰਜ ਨਹੀਂ ਸੀ ਲੱਗਦਾ। ਬਟ ਯੈਸ ਜੋ ਹਲਕੇ ਦੇ ਹਾਲਾਤ ਸੀਗੇ, ਇਸ ਹਲਕੇ ਦੇ ਵਿੱਚ ਕੰਮ ਕਰਨਾ ਇਨ ਇਟਸੈਲਫ ਇਜ਼ ਗੋਇੰਗ ਟੂ ਬੀ ਅ ਬਿਗ ਚੈਲੰਜ। ਕਿਉਂਕਿ ਹੁਣ ਹਲਕਾ ਘੁੰਮਣ ਤੋਂ ਬਾਅਦ ਮੈਨੂੰ ਕੋਈ ਗੁਰੇਜ਼ ਨਹੀਂ ਇਹ ਦੱਸਣ ਦੇ ਵਿੱਚ ਕਿ ਦਿਸ ਇਜ਼ ਦ ਮੋਸਟ ਨੈਗਲੈਕਟਡ ਹਲਕਾ ਐਜ਼ ਆਫ ਨਾਓ। ਔਰ ਤੁਸੀਂ ਕਦੇ ਸਮਾਂ ਕੱਢ ਕੇ ਆਇਓ, ਮੈਂ ਤੁਹਾਨੂੰ ਹਲਕਾ ਘੁਮਾਵਾਂਗੀ, ਤੁਸੀਂ ਦੇਖੋ ਤੇ ਸਹੀ ਕਿੱਥੇ ਸਿੱਧੂ ਸਾਹਿਬ ਦਾ ਸਟੇਟਸ। ਤੁਸੀਂ ਸਿੱਧੂ ਸਾਹਿਬ ਦੇ ਘਰ ਦੇਖੋ ਜਾ ਕੇ, ਕਿੰਨਾ ਉਹ ਸਾਰਾ ਉਹਨਾਂ ਨੇ ਸ਼ਿੰਗਾਰ ਕੀਤਾ ਹੋਇਆ ਹੈ ਬਾਹਰ ਤੱਕ। ਤੇ ਕੀ ਗੱਲ ਉਹਦਾ 10% ਵੀ ਹਲਕੇ 'ਚ ਨਹੀਂ ਸੀ ਹੋ ਸਕਦਾ? ਅਗਰ ਅੱਜ ਲੋਕਾਂ ਨੇ ਮੈਨੂੰ ਇਸ ਹਲਕੇ ਤੋਂ ਆਪਣਾ ਨੁਮਾਇੰਦਾ ਚੁਣਿਆ ਤਾਂ ਮੇਰੀ ਕੋਸ਼ਿਸ਼ ਇਹ ਹੋਏਗੀ ਕਿ ਜੇ ਮੇਰਾ ਘਰ ਸੋਹਣਾ ਲੱਗ ਰਿਹਾ ਹੈ, ਠੀਕ ਹੈ, ਉਹ ਮੇਰੀ ਪਰਸਨੈਲਿਟੀ ਰਿਫਲੈਕਟ ਕਰ ਰਿਹਾ ਹੈ, ਤੇ ਉਹ ਹਲਕਾ ਵੀ ਤਾਂ ਮੇਰੀ ਪਰਸਨੈਲਿਟੀ ਰਿਫਲੈਕਟ ਕਰਨਾ ਚਾਹੀਦਾ। ਪਰ ਫਿਰ ਸਿੱਧੂ ਸਾਹਿਬ ਦੇ ਜਿਹੜੇ ਡਿਵੈਲਪਮੈਂਟ ਦੇ ਦਾਅਵੇ ਸੀ, ਜਿਹੜਾ ਉਹ ਮੀਡੀਆ 'ਚ ਆ ਕੇ ਕਹਿੰਦੇ ਸੀ ਕਿ ਮੈਂ ਸੈਂਟਰ ਦੇ ਕੋਲੋਂ ਜਿਹੜੇ ਬ੍ਰਿਜਸ ਹੈਗੇ ਉਹ ਅਪਰੂਵ ਕਰਵਾ ਕੇ ਲਿਆਇਆ, ਜਿਹੜੇ ਸਾਰੀ ਉਮਰ ਨਹੀਂ ਬਣ ਸਕੇ ਤੇ ਉਹ ਮੈਂ ਬਣਵਾਏ ਆ, ਫਿਰ ਉਹ ਕਿਹੜੇ ਸੀ? ਦੇਖੋ ਰਮਨ, ਇਸ ਤਰ੍ਹਾਂ ਹੁੰਦਾ ਹੈ ਕਿ ਬ੍ਰਿਜਸ ਸਿਰਫ ਡਿਵੈਲਪਮੈਂਟ ਨਹੀਂ ਹੈ। ਤੁਹਾਡੇ ਹਲਕੇ ਦੇ ਵਿੱਚ ਲੋਕਾਂ ਦੇ ਕੋਲ ਪੀਣ ਦਾ ਪਾਣੀ ਸਾਫ਼ ਨਹੀਂ ਹੈ, ਸੀਵਰੇਜ ਨਹੀਂ ਹੈ। ਮੇਰੇ ਕੋਲ ਮੈਕਸਿਮਮ 99% ਪ੍ਰੋਬਲਮਸ ਪੀਣ ਵਾਲਾ ਪਾਣੀ ਗੰਦਾ ਹੈ। ਮਤਲਬ ਇਹਦੇ ਤੋਂ ਜ਼ਿਆਦਾ ਜ਼ਰੂਰੀ ਕੀ ਹੋ ਸਕਦਾ ਹੈ? ਇੱਕ ਬੇਸਿਕ ਅਮੈਨਿਟੀ ਹੈ, ਉਹ ਵੀ ਲੋਕਾਂ ਕੋਲ ਨਹੀਂ ਹੈ। ਸੋ ਬਹੁਤ ਸਾਰਾ ਕੰਮ ਕਰਨ ਦੀ ਜ਼ਰੂਰਤ ਹੈ। ਗਲੀਆਂ ਨਾਲੀਆਂ ਦੇ ਹਾਲਾਤ ਖਰਾਬ ਨੇ। ਤੁਸੀਂ ਕਿਤੇ ਵੇਰਕਾ ਵੱਲਾ ਜਾ ਕੇ ਦੇਖੋ, ਉਹ ਏਰੀਆਜ਼ ਨੇ ਜਿਹੜੇ ਸਿੱਧੂ ਸਾਹਿਬ ਨੇ ਅਡੋਪਟ ਕੀਤੇ ਸੀ, ਤੇ ਉੱਥੇ ਛੱਪੜ ਵੇਖੋ ਕਿੰਨੇ ਕਿੰਨੇ ਹੈ। ਔਰ ਹੈਰਾਨੀ ਦੀ ਗੱਲ, ਕਿਉਂਕਿ ਮੈਂ ਜਿੱਤਣ ਤੋਂ ਬਾਅਦ ਪ੍ਰੋਜੈਕਟਸ ਨਿਕਲਵਾਏ ਕਿ ਕੀ ਸੈਂਕਸ਼ਨ ਹੋਇਆ ਸੀ, ਕਿਹੜੇ ਕਿਹੜੇ ਪ੍ਰੋਜੈਕਟਸ ਪਾਸ ਹੋਏ ਹੈ, ਤੇ ਮੈਂ ਬਹੁਤ ਹੱਸੀ ਇੱਕ ਦਿਨ ਛੱਪੜ ਦੇ ਕੰਢੇ ਦੇ ਲਈ ਉੱਥੇ ਡੈਕੋਰੇਟਿਵ ਲਾਈਟਸ ਜਿਹੜੀਆਂ ਨੇ ਉਹ ਪਾਸ ਕਰਾਈਆਂ ਗਈਆਂ। ਤੇ ਮੈਂ ਹੱਸ ਰਹੀ ਸੀ ਕਿ ਜਿੱਥੇ ਇੰਨਾ ਗੰਦਾ ਛੱਪੜ ਹੈ ਉੱਥੇ ਤੁਸੀਂ ਪਹਿਲੇ ਬੇਸਿਕ ਉਹਨੂੰ ਸਾਫ਼ ਕਰ ਲਓ, ਨਾਲੀਆਂ ਬਣਾ ਲਓ, ਲੋਕਾਂ ਨੂੰ ਪਾਣੀ ਪੀਣ ਦਾ ਸਾਫ਼ ਦੇ ਦਿਓ। ਇਹ ਤਾਂ ਬਾਅਦ ਦਾ ਹੈ ਨਾ ਡੈਕੋਰੇਟਿਵ ਲਾਈਟ। ਸਿੱਧੂ ਸਾਹਿਬ ਹਮੇਸ਼ਾ ਇਮਾਨਦਾਰੀ ਦੀ ਗੱਲ ਕਰਦੇ ਰਹੇ ਹੈ। ਕੋਈ ਧਾਂਦਲੀ ਵੀ ਨਿਕਲੀ ਹੈ ਤੁਹਾਡੀ ਕਨਸਟੀਚੁਐਂਸੀ ਚੋਂ ਕਿ ਭਾਈ ਇੱਥੇ ਕਰਪਸ਼ਨ ਹੋਈ, ਅਫਸਰਸ਼ਾਹੀ ਨਹੀਂ, ਜਾਂ ਉਹਨਾਂ ਦੇ ਕੁਝ ਆਗੂਆਂ ਨੇ ਕੀਤੀ? ਹਾਂਜੀ ਹਾਂਜੀ, ਬਹੁਤ ਜ਼ਿਆਦਾ ਹੈ ਜੀ। ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦੀ ਹਾਂ ਕਿ ਮੈਂ ਪਿੰਡ ਮੂਦਲ ਗਈ ਸੀਗੀ ਔਰ ਮੈਨੂੰ ਉੱਥੇ ਸਪੈਸ਼ਲੀ ਬੁਲਾਇਆ ਗਿਆ ਤਾਂ ਵੀ ਮੈਮ ਪ੍ਰੋਜੈਕਟ ਜਿਹੜੇ ਚੱਲ ਰਹੇ ਨੇ, ਔਨਗੋਇੰਗ ਪ੍ਰੋਜੈਕਟਸ ਜਿਹੜੇ ਨੇ ਉਹ ਦੇਖੋ ਜਾ ਕੇ। ਤੇ ਮੈਂ ਵੀ ਚਾਹੁੰਦੀ ਸੀਗੀ ਔਰ ਮੈਂ ਜਦੋਂ ਉੱਥੇ ਦੇਖਿਆ ਤੇ ਮੈਂ ਕਿਹਾ ਇੱਥੇ ਮੈਨੂੰ ਕੁਝ ਦਿਖ ਨਹੀਂ ਰਿਹਾ ਅਜੇ। ਤਾਂ ਮੈਂ ਉਹਨਾਂ ਨੂੰ ਇਦਾਂ ਹੀ ਬੋਲੀ, ਮੈਂ ਕਿਹਾ ਅੱਛਾ ਇਹ ਤਾਂ ਅਜੇ 10% ਹੋਇਆ ਲੱਗ ਰਿਹਾ, ਤੁਹਾਡਾ 90% ਪੈਂਡਿੰਗ। ਕਹਿੰਦੇ ਨਹੀਂ ਮੈਡਮ 90% ਹੋ ਗਿਆ ਜੀ, 10% ਪੈਂਡਿੰਗ ਹੈ। 90% ਆਫ ਦਾ ਫੰਡਸ ਹੈਵ ਬੀਨ ਯੂਜ਼ਡ, ਪਰ ਉੱਥੇ ਜਾ ਕੇ ਇਹ ਲੱਗ ਰਿਹਾ ਕਿ ਇਹ ਤਾਂ ਪ੍ਰੋਜੈਕਟ ਅਜੇ ਇਨੀਸ਼ੀਏਟ ਹੋਇਆ, ਇੱਥੇ 10% ਹੀ ਲੱਗਿਆ ਹੋਏਗਾ। ਰਾਈਟ। ਸੋ ਦਿਸ ਇਜ਼ ਐਵਰੀਵੇਅਰ। ਅੱਛਾ, ਇਹ ਇਨਵੈਸਟੀਗੇਸ਼ਨ ਦਾ ਪਾਰਟ ਰਹੂਗਾ ਆਉਣ ਵਾਲੇ ਸਮੇਂ 'ਚ? ਸ਼ੋਰ ਰਹੇਗਾ, ਡੈਫੀਨੇਟਲੀ ਰਹੇਗਾ।
ਵੱਡੀਆਂ ਤੁਹਾਨੂੰ 8-10 ਸਮੱਸਿਆਵਾਂ ਕਿਹੜੀਆਂ ਲੱਗਦੀਆਂ ਜਿਹੜੀਆਂ ਤੁਸੀਂ ਕਿ ਚਾਹੁੰਦੇ ਹੋ ਕਿ ਮੈਂ ਪਹਿਲੇ ਸਾਲ ਦੇ ਅੰਦਰ ਅੰਦਰ ਇਹਨਾਂ ਚੀਜ਼ਾਂ ਨੂੰ ਰੈਕਟੀਫਾਈ ਕਰ ਦਿਆਂ? ਹਾਂਜੀ, ਸਭ ਤੋਂ ਵੱਡੀ ਤਾਂ ਮੈਂ ਚਾਹੁੰਦੀ ਹਾਂ ਕਿ ਲੋਕਾਂ ਨੂੰ ਜਿਹੜੀ ਬੇਸਿਕ ਕਮਿਊਨਿਟੀ ਹੈ ਉਹ ਜ਼ਰੂਰ ਪ੍ਰੋਵਾਈਡ ਹੋ ਜਾਏ। ਜਿੱਦਾਂ ਸਾਫ਼ ਪੀਣ ਦਾ ਪਾਣੀ ਹੈ, ਸੀਵਰੇਜ ਹੈ, ਉਹ ਚੀਜ਼ਾਂ ਜ਼ਰੂਰੀ ਨੇ ਉਹਨਾਂ ਨੂੰ ਏਰੀਆਜ਼ ਕੋਈ ਆਇਡੈਂਟੀਫਾਈ ਕੀਤੇ ਤੁਸੀਂ? ਕੀਤੇ? ਹਾਂਜੀ ਹਾਂਜੀ, ਬਿਲਕੁਲ ਕੀਤੇ, ਡਿਊਰਿੰਗ ਦਾ ਕੈਂਪੇਨ ਹੀ ਕਰ ਲਏ। ਫੋਰ ਇੰਸਟੈਂਸ ਕਿਹੜੇ ਹੈਗੇ ਉਹ ਏਰੀਆ? ਦੇਖੋ, ਇਹ ਵੱਲਾ ਵੇਰਕੇ ਦੇ ਵਿੱਚ ਵੀ ਬਹੁਤ ਪ੍ਰੋਬਲਮ ਹੈ। ਇੱਥੇ ਸਾਡੇ 44-45 ਨੰਬਰ ਵਾਰਡ ਹੈ, ਨਿਊ ਪ੍ਰਤਾਪ ਨਗਰ ਏਰੀਆ ਪੈਂਦਾ ਹੈ, ਕਲਰਾਂ ਦਾ ਏਰੀਆ ਇੱਕ ਪੈਂਦਾ ਹੈਗਾ ਆ, ਮਕਬੂਲਪੁਰਾ ਸਾਈਡ ਏਰੀਆ ਹੈਗਾ ਆ। ਉੱਥੇ ਮੈਕਸਿਮਮ ਸਾਨੂੰ ਇਹ ਵਾਲੀ ਪ੍ਰੋਬਲਮ ਆ ਰਹੀ ਹੈ। 27-28 ਵਾਰਡਸ ਹੈਗੀਆਂ ਸਾਡੀਆਂ, ਉੱਥੇ ਮੈਕਸਿਮਮ ਪਾਣੀ ਦੀ ਪ੍ਰੋਬਲਮ ਹੈ। ਪੀਣ ਵਾਲਾ ਪਾਣੀ ਬਹੁਤ ਗੰਦਾ ਹੈ। ਓਕੇ। ਔਰ ਇਨ ਫੈਕਟ ਕਈ ਇਹੋ ਜਿਹੇ ਏਰੀਆਜ਼ ਹੈ ਜਿੱਥੇ ਸੀਵਰੇਜ ਦਾ ਪਾਣੀ ਮਿਕਸ ਹੋ ਰਿਹਾ ਪੀਣ ਵਾਲੇ ਪਾਣੀ ਦੇ ਵਿੱਚ। ਓਕੇ। ਹਾਂਜੀ, ਸੋ ਇਹ ਆਲਰੇਡੀ ਆਈਡੈਂਟੀਫਾਈਡ ਸੀਗਾ। ਮੇਰੀ ਪਹਿਲ ਦੇ ਆਧਾਰ ਤੇ ਇਹ ਕੋਸ਼ਿਸ਼ ਹੈ ਕਿ ਲੋਕਾਂ ਨੂੰ ਬੇਸਿਕ ਕਮਿਊਨਿਟੀ ਪਹਿਲਾਂ ਦਿੱਤੀ ਜਾਏ। ਪਹਿਲੇ 2 ਮਹੀਨਿਆਂ 'ਚ ਤੁਹਾਡੀ ਅਚੀਵਮੈਂਟ ਕੀ ਰਹੀ ਹੈ? ਦੇਖੋ, ਅਸੀਂ ਬਹੁਤ ਸਾਰੀਆਂ ਜਗ੍ਹਾ ਦੇ ਉੱਤੇ ਇਹ ਕੰਮ ਸਟਾਰਟ ਕਰਾ ਦਿੱਤੇ ਹੋਏ ਹੈ। ਜਿਹੜਾ ਮੈਂ ਤੁਹਾਨੂੰ ਦੱਸ ਰਹੀ ਹਾਂ, ਜਿੱਥੇ ਸੀਵਰੇਜ ਦੀ ਜ਼ਰੂਰਤ ਹੈ ਉਹ ਸਟਾਰਟ ਕਰਵਾਇਆ ਗਿਆ ਹੈ। ਜਿੱਥੇ ਪਾਣੀ ਦੀ ਦਿੱਕਤ ਆ ਰਹੀ, ਕਿਉਂਕਿ ਨਾ ਇਹ ਇੰਨਾ ਤਾਣਾ ਬਾਣਾ ਉਲਝਿਆ ਹੈ ਕਿ ਪਹਿਲਾਂ ਤਾਂ ਆਈਡੈਂਟੀਫਾਈ ਨਹੀਂ ਹੋ ਰਿਹਾ। ਇਹਨਾਂ ਨੇ ਕੀ ਕੀਤਾ ਹੈ, ਸੜਕ ਦੇ ਉੱਤੇ ਸੜਕ, ਸੜਕ ਦੇ ਉੱਤੇ ਸੜਕ, ਸੜਕ ਦੇ ਉੱਤੇ ਸੜਕ। ਇੱਕ ਦਿਨ ਤੁਸੀਂ ਸੜਕ ਪਾਈ ਹੈ, ਅਗਲੇ ਦਿਨ ਟੈਲੀਕਾਮ ਆ ਕੇ ਪੁੱਟ ਗਏ ਨੇ, ਉਹਨਾਂ ਨੇ ਤਾਰਾਂ ਪਾਣੀਆਂ ਨੇ। ਸੋ ਉਹ ਇੱਕ ਸਾਈਕਲ ਇੰਨਾ ਖਰਾਬ ਚੱਲ ਪਿਆ ਨਾ ਕਿ ਕਿਸੇ ਨੇ ਰੂਟ ਕਾਜ਼ ਨਹੀਂ ਦੇਖਿਆ ਕਿ ਅਗਰ ਮੈਂ ਇੱਥੇ ਸੜਕ ਬਣਾ ਰਿਹਾ ਤੇ ਕੀ ਥੱਲੇ ਕੋਈ ਪਾਈਪ ਤੇ ਨਹੀਂ ਜਾ ਰਿਹਾ। ਅਸੀਂ ਪਹਿਲੇ ਉਹ ਚੈੱਕ ਕਰ ਲਈਏ, ਤੇ ਜੇ ਉਹ ਕਿਤੇ ਬਣਦੇ ਉਹ ਪਾਈਪ ਟੁੱਟ ਗਿਆ ਜਾਂ ਕੁਛ ਹੈ, ਉਹਦੇ ਤੇ ਕਿਸੇ ਨੇ ਗੌਰ ਨਹੀਂ ਕੀਤਾ। ਸੋ ਸਾਡੀ ਐਫਰਟ ਇਹ ਹੈਗੀ ਹੈ ਕਿ ਸਾਰਿਆਂ ਤੋਂ ਪਹਿਲੇ ਹਲਕੇ ਦੇ ਸਾਰੇ ਲੋਕਾਂ ਨੂੰ ਬੇਸਿਕ ਕਮਿਊਨਿਟੀ ਪ੍ਰੋਵਾਈਡ ਕੀਤੀ ਜਾਏ। ਇਸ ਤੋਂ ਇਲਾਵਾ ਸਾਡੇ ਵੱਡੇ ਮਸਲੇ ਨੇ, ਤੁਸੀਂ ਦੇਖੋ ਇੱਥੇ ਜਗ੍ਹਾ ਦੇ ਉੱਤੇ ਹਾਈ ਟੈਂਸ਼ਨ ਇਲੈਕਟ੍ਰਿਸਿਟੀ ਵਾਇਰਸ ਘਰਾਂ ਦੇ ਉੱਤੋਂ ਨਿਕਲਦੀਆਂ ਨੇ, ਔਰ ਡੈਥਸ ਵੀ ਹੋਈਆਂ ਨੇ ਕਈ। ਮੇਰੀ ਕੈਂਪੇਨ ਦੇ ਦੌਰਾਨ ਇੱਕ ਯੰਗ ਡੈਥ ਹੋਈ ਸੀਗੀ ਕਰੰਟ ਲੱਗਣ ਦੇ ਨਾਲ। ਉਹ ਮੇਰੀ ਕੋਸ਼ਿਸ਼ ਹੈ ਕਿ ਉਹ ਜਲਦੀ ਤੋਂ ਜਲਦੀ ਉਹਦਾ ਹੱਲ ਨਿਕਲਣਾ ਚਾਹੀਦਾ, ਉਹ ਰਿਮੂਵ ਹੋਣੀਆਂ ਚਾਹੀਦੀਆਂ। ਜਿਵੇਂ ਤੁਸੀਂ ਵਾਰ-ਵਾਰ ਪੁੱਛਦੇ ਹੋ, ਸਿੱਧੂ ਸਾਹਿਬ ਨੇ ਉਹ ਬਹੁਤ ਵਾਰ ਪ੍ਰੋਮਿਸ ਕੀਤਾ ਸੀ। ਪਿਛਲੇ 18 ਸਾਲ ਤੋਂ ਉਹ ਤਾਰਾਂ ਜਿਉਂਦੀਆਂ ਤੇ ਉਹਨੇ, ਹਰ ਲੀਡਰ ਆਉਂਦਾ ਹੈ ਵਾਅਦਾ ਕਰਕੇ, ਉਹ ਬਾਅਦ ਦੇ ਵਿੱਚ ਲੱਭਦਾ ਨਹੀਂ। ਠੀਕ ਹੈ। ਇਸ ਤੋਂ ਇਲਾਵਾ ਵੱਲਾ ਸਬਜ਼ੀ ਮੰਡੀ, ਜਿਹਦਾ ਤੁਸੀਂ ਮੈਨੂੰ ਪੁੱਛਿਆ ਕਿ ਕਰਪਸ਼ਨ, ਮੈਂ ਅੱਜ ਵੀ ਇਹ ਦੱਸ ਸਕਦੀ ਹਾਂ ਕਿ ਉੱਥੇ ਬਹੁਤ ਗੜਬੜ ਹੈ। ਐਗਜ਼ੈਕਟਲੀ ਮੈਂ ਅਜੇ ਨਹੀਂ ਦੱਸਾਂਗੀ ਕਿਉਂਕਿ ਮੈਂ ਗਲਤ ਫਿਗਰਸ ਨਹੀਂ ਦੇਣੀਆਂ ਚਾਹੁੰਦੀ, ਪਰ ਜਿਵੇਂ ਪਤਾ ਲੱਗੇਗਾ ਤਾਂ ਜ਼ਰੂਰ ਇਸ ਚੀਜ਼ ਨੂੰ ਡਿਸਕਲੋਜ਼ ਕਰਾਂਗੇ। ਐਮੂਨੇਸ਼ਨ ਡੰਪ ਦਾ ਇਸ਼ੂ ਹੈ, ਜਿਹਦੇ ਕਰਕੇ ਉੱਥੇ ਬਹੁਤ ਦਿੱਕਤ ਆ ਰਹੀ ਹੈ। ਫਿਰ ਇਲੀਗਲ ਕੰਸਟਰਕਸ਼ਨ ਹੋ ਰਹੀ ਹੈ, ਜਿਹੜਾ ਤੇ ਕੋਈ ਫੜਿਆ ਜਾਂਦਾ FIR ਹੋ ਜਾਂਦੀ ਹੈ, ਜਿਹਦਾ ਦਾਅ ਵੱਜ ਜਾਂਦਾ ਹੈ। ਰਾਤੋਂ ਰਾਤ ਵੀ ਇਹ ਜਿਹੀਆਂ ਬਿਲਡਿੰਗਸ ਨੇ ਜਿਹੜੀਆਂ ਰਾਤੋਂ ਰਾਤ ਪੈ ਗਈਆਂ। ਸੋ ਇਹ ਸਬਜ਼ੀ ਮੰਡੀ ਵਾਲਾ ਜਿਹੜਾ ਇਸ਼ੂ ਹੈ, ਇਹ ਮੇਰੇ ਲਈ ਇੱਕ ਵੱਡਾ ਚੈਲੰਜ ਹੈ, ਪਰ ਮੈਨੂੰ ਇਹ ਕਰਨਾ ਹੀ ਕਰਨਾ ਹੈ। ਇਹ ਚਾਹੇ ਉਹ ਸਾਰੀ ਸਬਜ਼ੀ ਮੰਡੀ ਜੋ ਅੱਜ ਮੈਂ ਸਿਚੁਏਸ਼ਨ ਨੂੰ ਅਸੈਸ ਕਰਦੀ ਹਾਂ, ਤਾਂ ਮੈਨੂੰ ਲੱਗਦਾ ਹੈ ਕਿ ਇਹ ਇਵੈਂਚੁਅਲੀ ਇਹਦਾ ਇੱਕ ਹੀ ਹੱਲ ਹੈ ਕਿ ਸਬਜ਼ੀ ਮੰਡੀ ਇੱਥੋਂ ਸ਼ਿਫਟ ਹੋਣੀ ਹੈ। ਇਹ ਗਲਤ ਜਗ੍ਹਾ ਤੇ ਆ। ਸਿਆਸਤ ਤੋਂ ਪਾਸੇ ਬਹਿ ਕੇ ਪੱਤਰਕਾਰ ਭਾਈਚਾਰਾ ਜਾਂ ਫਿਰ ਜਿਹੜੇ ਸਿਆਸੀ ਬੁੱਧੀਜੀਵ ਜਾਂ ਸਿਆਸੀ ਪੰਡਤ ਹੈਗੇ ਨੇ, ਦੇਰ ਆਰ ਸਮ ਕਾਈਂਡ ਆਫ ਸਪੈਕੂਲੇਸ਼ਨਸ ਕਿ MLA ਦੀ ਸੁਣੀ ਨਹੀਂ ਜਾ ਰਹੀ, ਕੰਮ ਨਹੀਂ ਹੋ ਰਹੇ, ਅਫਸਰਸ਼ਾਹੀ ਨਹੀਂ ਸੁਣਦੀ। ਤੁਹਾਨੂੰ ਕਦੀ ਇਸ ਤਰ੍ਹਾਂ ਦੀ ਦਿੱਕਤ ਆਈ? ਨਹੀਂ, ਮੈਨੂੰ ਇਦਾਂ ਦੀ ਕੋਈ ਦਿੱਕਤ ਨਹੀਂ ਆ ਰਹੀ ਜੀ, ਔਰ ਮੇਰਾ ਖਿਆਲ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਵੀ ਨਹੀਂ ਹੈ। ਸ਼ਾਇਦ ਕਿਤੇ ਕਨਵੇ ਕਰਨ 'ਚ ਸਾਨੂੰ ਦਿੱਕਤ ਆ ਗਈ ਹੋਏ ਕਿਸੇ MLA ਨੂੰ, ਤਾਂ ਹੋ ਸਕਦਾ ਹੈ ਉਹਨਾਂ ਨੂੰ ਇੱਕ ਪ੍ਰੋਬਲਮ ਕਿਸੇ ਹੋਰ ਰੀਜ਼ਨ ਕਰਕੇ ਆਈ ਹੋਏ, ਬਟ ਇਸ ਤਰ੍ਹਾਂ ਦੀ ਮੈਨੂੰ ਕਦੇ ਵੀ ਦਿੱਕਤ ਨਹੀਂ ਆਈ। ਪਾਰਟੀ ਦੇ ਵਿੱਚ ਬਹੁਤ ਸਾਰੀਆਂ ਇੱਦਾਂ ਦੀਆਂ ਅਫਵਾਹਾਂ ਚੱਲਦੀਆਂ ਸੀ ਕਿ ਪਤਾ ਨਹੀਂ ਕੀ ਹੈ, ਇੰਟਰਨਲੀ ਇੱਦਾਂ ਹੈ, ਸੁਣੀ ਨਹੀਂ ਜਾ ਰਹੀ ਜੀ। ਮੈਨੂੰ ਉਹਦਾ 1% ਵੀ ਕਦੇ ਕੁਝ ਫੇਸ ਨਹੀਂ ਕਰਨਾ ਪਿਆ ਉੱਦਾਂ ਦਾ। ਤੁਹਾਡੇ ਸਿਹਤ ਮੰਤਰੀ ਦੀ ਸਿਹਤ ਖਰਾਬ ਹੋ ਗਈ ਹੈ, ਦੰਦਾਂ ਦੇ ਡਾਕਟਰ ਦੇ ਕਹਿੰਦੇ ਭਗਵੰਤ ਮਾਨ ਨੇ ਦੰਦ ਖੱਟੇ ਕਰਤੇ, ਕੀ ਰਿਐਕਸ਼ਨ ਹੈ ਤੁਹਾਡਾ ਇਸ ਸਾਰੇ ਘਟਨਾਕ੍ਰਮ ਤੇ? ਦੇਖੋ, ਆਮ ਆਦਮੀ ਪਾਰਟੀ ਇੰਡੀਆ ਅਗੇਂਸਟ ਕਰਪਸ਼ਨ ਚੋਂ ਨਿਕਲੀ ਹੋਈ ਪਾਰਟੀ ਹੈ। ਸੋ ਸਾਡਾ ਪਹਿਲਾ ਸੁਪਨਾ ਇਹੀ ਹੈ ਕਿ ਅਸੀਂ ਇੰਡੀਆ ਨੂੰ ਕਰਪਸ਼ਨ ਫ੍ਰੀ ਬਣਾਉਣਾ ਹੈ। ਸੋ ਪੰਜਾਬ ਦੇ ਵਿੱਚ ਵੀ ਓਬਵੀਅਸਲੀ ਕਰਪਸ਼ਨ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ, ਔਰ ਸਾਨੂੰ ਸਮੇਂ-ਸਮੇਂ ਤੇ ਅਰਵਿੰਦ ਜੀ, ਭਗਵੰਤ ਮਾਨ ਸਾਹਿਬ ਇਹ ਗੱਲ ਕਹਿੰਦੇ ਰਹੇ ਸੀ ਕਿ ਹੋਰ ਗਲਤੀਆਂ ਜਿਹੜੀਆਂ ਉਹ ਅਸੀਂ ਗਲਤੀਆਂ ਹੁੰਦੀਆਂ ਰਹਿੰਦੀਆਂ ਕਿਉਂਕਿ ਅਸੀਂ ਨਾਨ ਪੋਲੀਟੀਕਲ ਬੈਕਗ੍ਰਾਉਂਡ ਤੋਂ ਉਹ ਬਰਦਾਸ਼ਤ ਹੋ ਜਾਂਦੀਆਂ, ਕਰਪਸ਼ਨ ਬਰਦਾਸ਼ਤ ਨਹੀਂ ਹੋਏਗੀ। ਸੋ ਮੇਰਾ ਖਿਆਲ 'ਚ ਬਹੁਤ ਗਟਸ ਚਾਹੀਦੇ ਹੈ ਆਪਣੇ ਹੀ ਕੈਬਨਿਟ ਦੇ ਕਿਸੇ ਮੰਤਰੀ ਨੂੰ ਸੈਕ ਕਰਨ ਦੇ ਲਈ, ਪਰ ਆਮ ਆਦਮੀ ਪਾਰਟੀ ਨੇ ਇੱਕ ਐਗਜ਼ਾਮਪਲ ਸੈੱਟ ਕੀਤੀ ਹੈ। ਦਿਸ ਇਜ਼ ਫॉर द ਫਸਟ ਟਾਈਮ ਇਨ ਦ ਹਿਸਟਰੀ ਆਫ ਇੰਡੀਆ ਕਿ ਕਿਸੇ ਚੀਫ ਮਿਨਿਸਟਰ ਨੇ ਆਪਣੇ ਮੰਤਰੀ ਨੂੰ ਕਰਪਸ਼ਨ ਚਾਰजेस ਤੇ ਸੈਕ ਕਰਤਾ ਹੋਏ, ਐਂਡ ਵਿਦਿਨ ਆਈ ਥਿੰਕ ਅ ਕਪਲ ਆਫ ਡੇਜ਼। ਭਗਵੰਤ ਮਾਨ ਦੇ
ਇਸ ਜੇਰੇ ਬਾਰੇ ਕੀ ਕਹੋਗੇ? ਮੈਂ ਤਾਂ ਪਹਿਲੇ ਹੀ ਕਹਿਤਾ ਕਿ ਗਟਸ ਚਾਹੀਦੇ ਆ, ਬੜੀ ਦਾਦ ਦਿੰਦੇ ਹਾਂ ਅਸੀਂ ਉਹਨਾਂ ਦੀ ਹਿੰਮਤ ਦੀ। ਔਰ ਵੈਸੇ ਵੀ ਭਗਵੰਤ ਮਾਨ ਸਾਹਿਬ ਦਾ ਤੇ ਜਦੋਂ ਸੀਐਮ ਫੇਸ ਵੀ ਅਨਾਉਂਸ ਹੋਇਆ ਸੀ, ਸਾਡੇ ਸਾਰਿਆਂ ਦੇ ਵਿੱਚ ਇੱਕ ਇਹੋ ਜਿਹੀ એનર્ਜੀ ਭਰੀ ਗਈ ਸੀ। ਸੋ ਜਦੋਂ ਸਾਡਾ ਸੀਐਮ ਇਦਾਂ ਦਾ ਹੋਏ ਤਾਂ ਸਾਡੇ ਵਿੱਚ ਵੀ ਉਦਾਂ ਦੀ એનર્ਜੀ ਭਰੀ ਰਹਿੰਦੀ। ਸੋ ਹੈਟਸ ਆਫ ਟੂ ਹਿਮ ਐਂਡ ਅਰਵਿੰਦ ਜੀ। ਸਿਆਸਤ 'ਚ ਅਨਫੋਰਚੂਨੇਟਲੀ ਕਹਿ ਲਓ ਕਿ ਕੰਸਟਰਕਟਿਵ ਆਲੋਚਨਾ ਦਾ ਕਿਤੇ ਨਾ ਕਿਤੇ ਵੈਲਕਮ ਹੋਣਾ ਚਾਹੀਦਾ, ਪਰ ਸਿਆਸਤ ਹੋਈ ਸਿਰਫ ਆਲੋਚਨਾ ਦੇ ਲਈ ਰਹੀ ਹੈ। ਵਿਰੋਧੀ ਧਿਰਾਂ ਤੋਂ ਤੁਹਾਡੀ ਪਾਰਟੀ ਐਕਸਪੈਕਟ ਕਰ ਰਹੀ ਸੀ ਕਿ ਐਪਰੀਸ਼ੀਏਟ ਕਰਨਗੇ, ਪਰ ਉਹ ਐਪਰੀਸ਼ੀਏਟ ਕਰਨ ਦੀ ਬਜਾਏ ਇਹ ਕਹਿ ਰਿਹਾ, ਕਹਿੰਦੇ ਕਿ ਇਹਦੇ ਤਾਰ ਕਿੱਥੇ ਕਿੱਥੇ ਜੁੜਦੇ ਆ ਇਹ ਪਤਾ ਕੀਤਾ ਜਾਵੇ। ਟਿਕਟਾਂ ਵਾਲੇ ਪਾਸੇ ਨੂੰ ਲੈ ਕੇ ਕਹਿੰਦੇ ਟਿਕਟਾਂ ਵੀ ਵੇਚੀਆਂ ਸੀਗੀਆਂ, ਅਰਵਿੰਦ ਕੇਜਰੀਵਾਲ ਨਾਲ ਕਨੈਕਟ ਕੀਤਾ ਜਾ ਰਿਹਾ। ਤੁਸੀਂ ਉਹਨਾਂ ਦੇ ਇਹਨਾਂ ਬਿਆਨਾਂ ਨੂੰ ਕਿਵੇਂ ਵੇਖਦੇ ਹੋ? ਦੇਖੋ, ਤੁਸੀਂ ਕਿਹਾ ਕਿ ਟਿਕਟਾਂ ਬਾਰੇ ਵੀ ਗੱਲ ਹੋ ਰਹੀ ਹੈ, ਸੋ ਮੈਂ ਤਾਂ ਸਭ ਨੂੰ ਇੱਕ ਹੀ ਗੱਲ ਕਹਿੰਦੀ ਹਾਂ ਕਿ ਮੇਰੀ ਟਿਕਟ ਇੱਕ ਐਗਜ਼ਾਮਪਲ ਹੈ। ਐਡੇ ਐਡੇ ਵੱਡੇ ਦੋ ਹਾਥੀ, ਰਾਜਨੀਤਿਕ ਹਾਥੀ ਕਹਾਉਂਦੇ ਜਿਹੜੇ, ਉਹਨਾਂ ਦੇ ਅੱਗੇ ਅਰਵਿੰਦ ਜੀ ਨੇ ਇੱਕ ਫੀਮੇਲ ਵੋਲੰਟੀਅਰ ਨੂੰ ਪ੍ਰੈਫਰੈਂਸ ਦਿੱਤਾ। ਔਰ ਅਸੀਂ ਕੋਈ ਪੈਸੇ ਦੇ ਕੇ ਥੋੜ੍ਹੀ ਲਈ, ਸਾਡੀ ਸਿਰਫ ਮਿਹਨਤ ਦਾ ਮੁੱਲ ਪਾਇਆ ਅਰਵਿੰਦ ਜੀ ਨੇ, ਜਾਂ ਅਸੀਂ ਡੈਡੀਕੇਟਡਲੀ ਪਾਰਟੀ ਦੇ ਲਈ ਕੰਮ ਕੀਤਾ ਤੇ ਸਾਡੇ ਤੇ ਉਹਨਾਂ ਨੇ ਇੰਨਾ ਟਰਸਟ ਕੀਤਾ। ਸੋ ਇਹ ਬਿਲਕੁਲ ਅਫਵਾਹਾਂ ਨੇ। ਔਰ ਜਿਵੇਂ ਤੁਸੀਂ ਪਹਿਲੇ ਕਿਹਾ, ਮੈਂ ਵੀ ਸਭ ਨੂੰ ਇਹ ਕਹਿੰਦੀ ਹਾਂ ਕਿ ਦੇਖੋ, ਸਿਰਫ ਵਿਰੋਧ ਕਰਨ ਕਰਕੇ ਵਿਰੋਧ ਨਹੀਂ ਹੋਣਾ ਚਾਹੀਦਾ। ਜੈਨੂਇਨ ਵਿਰੋਧ ਵੈਲਕਮ ਹੈ, ਠੀਕ ਹੈ, ਪਰ ਸਿਰਫ ਇਸ ਕਰਕੇ ਕਿ ਬਸ ਹੁਣ ਵਿਰੋਧ ਕਰਨਾ ਹੈ ਤੇ ਬਸ ਕਰਨਾ ਹੈ, ਉਹ ਹੋਣਾ ਨਹੀਂ ਚਾਹੀਦਾ। ਉਹਦਾ ਕੁਝ ਨਿਕਲਣਾ ਨਹੀਂ ਹੈ। ਉਹਦੇ 'ਚ ਕੀ ਹੋਣਾ ਹੈ ਕਿ ਜੇ ਕਿਤੇ ਜੈਨੂਇਨ ਵੀ ਹੋਇਆ ਤਾਂ ਇੱਕ ਲੇਬਲ ਲੱਗ ਜਾਂਦਾ ਕਿ ਇਹਨਾਂ ਦੀ ਤਾਂ ਆਦਤ ਹੈ ਕਰਨ ਦੀ। ਅੱਛਾ, ਜਿਵੇਂ ਤੁਸੀਂ ਸਿਆਸਤ ਦੇ ਨਾਲ ਜੁੜੇ ਕਿਵੇਂ? ਪਾਰਟੀ ਪਹਿਲੀ ਪਾਰਟੀ ਤੁਹਾਡੀ ਇਹੀ ਸੀ ਜਿਹਦੇ ਨਾਲ ਤੁਸੀਂ ਐਸੋਸੀਏਟ ਹੋਏ, ਜਾਂ ਇਸ ਤੋਂ ਪਹਿਲਾਂ ਵੀ ਕਿਤੇ ਹੋਰ ਰੁਚੀ ਸੀ? ਨਹੀਂ ਜੀ, ਮੇਰੀ ਫਰਸਟ ਪਾਰਟੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਸੀ। ਸੋ ਆਈ ਐਮ ਅ ਟਿਪੀਕਲ ਆਪੀਅਨ ਐਂਡ 2015 ਦੇ ਵਿੱਚ ਪਾਰਟੀ ਜੁਆਇਨ ਕੀਤੀ, ਕਿਉਂਕਿ ਮੈਂ ਬਹੁਤ ਸਾਰਾ ਸੋਸ਼ਲ ਵਰਕ ਕਰ ਰਹੀ ਸੀ ਪਿਛਲੇ ਬਹੁਤ ਸਾਰੇ ਸਾਲਾਂ ਤੋਂ। ਹਾਂਜੀ। ਤੇ ਸਾਡੇ ਵਿਮਨ ਵਿੰਗ ਦੇ ਇੱਕ ਮੈਮ ਇੱਥੇ ਸੀਗੇ, ਮਾਝਾ ਰਿਪਰੈਜ਼ੈਂਟ ਕਰਦੇ ਸੀਗੇ ਉਹ, ਸੋ ਉਹਨਾਂ ਨੇ ਮੈਨੂੰ ਕੰਟੈਕਟ ਕੀਤਾ। ਮੈਨੂੰ ਯਾਦ ਆ 15-16 ਸ਼ਾਇਦ ਤੁਹਾਡੀ ਔਰ ਮੇਰੀ ਮੁਲਾਕਾਤ ਵੀ ਉਹ ਤੁਸੀਂ 2017 ਦੇ ਵਿੱਚ। ਯੈਸ, ਤਾਂ ਮੈਨੂੰ ਜਦੋਂ ਮੂਵੀ ਦੀ ਮੈਂ ਗੱਲ ਕਰਦਾ ਪੈਡਮੈਨ ਦੀ, ਤਾਂ ਮਾਫ ਕਰਿਓ ਸ਼ਾਇਦ ਮੈਂ ਅੱਜ ਵੀ ਜਗਬਾਣੀ ਦਾ ਥੈਂਕਸ, ਬਹੁਤ ਛੋਟਾ ਵਰਡ ਹੈ ਜਗਬਾਣੀ ਦੇ ਲਈ, ਬਿਕੋਜ਼ ਜਿਹੜਾ ਇਹ ਪੈਡ ਵੂਮਨ ਆਫ ਪੰਜਾਬ ਵਾਲਾ ਟਾਈਟਲ ਸੀਗਾ, ਇਹ ਮੈਨੂੰ ਜਗਬਾਣੀ ਤੋਂ ਹੀ ਮਿਲਿਆ ਸੀ। ਔਰ ਮੈਨੂੰ ਇੱਕ ਜੈਸਚਰ ਜਗਬਾਣੀ ਦਾ ਅੱਜ ਵੀ ਨਹੀਂ ਭੁੱਲਦਾ ਕਿ ਇਹ ਮੂਵੀ ਅਗਲੇ ਦਿਨ ਰਿਲੀਜ਼ ਹੋਣੀ ਸੀ, ਤਾਂ ਇੱਕ ਦਿਨ ਪਹਿਲਾਂ ਮੇਰਾ ਜਿਹੜਾ ਉਹ ਵੀਡੀਓ ਇੰਟਰਵਿਊ ਸੀਗਾ, YouTube ਵੀਡੀਓ ਸੀ ਉਹ, ਹਾਂਜੀ, ਉਹ ਉਸ ਦਿਨ ਰਿਲੀਜ਼ ਕੀਤਾ ਗਿਆ ਸੀ। ਔਰ ਮੇਰੇ ਖਿਆਲ ਅਸੀਂ ਸਾਰੇ ਹੀ ਜਾਣਦੇ ਹਾਂ ਕਿ ਉਹਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀਗਾ। ਰਾਈਟ, ਲੋਕ ਤੁਹਾਨੂੰ ਪੈਡ ਵੂਮਨ ਦੇ ਨਾਂ ਨਾਲ ਜਾਣਨ ਲੱਗੇ। ਹਾਂਜੀ। ਰਾਈਟ, ਅੱਛਾ, ਫਿਰ ਤੁਸੀਂ ਆਏ ਕਿਵੇਂ ਇਧਰਲੇ ਪਾਸੇ? 2015 ਦੇ ਵਿੱਚ ਮੈਨੂੰ ਕੰਟੈਕਟ ਕੀਤਾ ਗਿਆ ਮੈਮ ਦੇ ਥਰੂ, ਔਰ ਉਹ ਮੇਰੇ ਨਾਲ ਤਾਂ ਲਿੰਕ ਸੀ ਕਿ ਮੈਂ ਬੱਚਿਆਂ ਨੂੰ ਬਿਊਟੀਸ਼ੀਅਨ ਕੋਰਸਿਸ ਈਵਨਿੰਗ ਟਾਈਮ 'ਚ ਅਸੀਂ ਕਰਵਾਉਂਦੇ ਹਾਂ ਸਾਡੀ ਸੰਸਥਾ ਦੇ ਅੰਡਰ। ਤਾਂ ਉਹ ਮੈਮ ਆਮ ਆਦਮੀ पार्टी नाल जुड़े सी, मधु मैम उन्होंने नाम है। तो उन्होंने जो मैंने मेरा काम देखना ना, कहते मैम आपको देख के ना मुझे ऐसे लगता है कि आपको ना पार्टी ज्वाइन करनी चाहिए। मैं क्या, अच्छा मैम कौन सी पार्टी ज्वाइन करनी चाहिए? कहते मुझे लगता है आपको आम आदमी पार्टी ज्वाइन करनी चाहिए। मैं क्या, क्यों? वो कहते क्योंकि तुसी काम उदां दे कर रहे हो। और वो फिर एक बार कहते सी सानू ना चेहरे चाहिए चंगे मैम, तुसी तुहाडे चों सारा कुछ है। तो मैं हस पैना पहला, तो मैं उन्होंने गौर नहीं सी करदी, क्योंकि मैनूं लगदा सी कि मैं तां सोशल वर्क करदी हाँ, तो मैनूं किसी पोलीटिकल पार्टी ਦੇ ਨਾਲ ਜੁੜਨ ਦੀ ਕੀ ਜ਼ਰੂਰਤ ਹੈ। ਔਰ ਮੈਨੂੰ ਲੱਗਦਾ ਸੀ ਕਿ ਦਾਇਰਾ ਛੋਟਾ ਹੋ ਜਾਏਗਾ। ਅੱਜ ਅਗਰ ਹਰ ਬੰਦਾ ਮੇਰੀ ਹੈਲਪ ਕਰਦਾ, ਇਰਰਿਸਪੈਕਟਿਵ ਆਫ ਦ ਪੋਲੀਟੀਕਲ ਪਾਰਟੀ ਹੀ ਬਿਲੋਂਗਸ ਟੂ, ਬਿਲਕੁਲ ਤੁਸੀਂ ਨਿਊਟਰਲ ਰਹਿੰਦੇ ਹੋ, ਤੁਸੀਂ ਇੱਕ ਧਿਰ ਦੇ ਬਣ ਜਾਂਦੇ ਹੋ। ਹਾਂਜੀ, ਤੇ ਪਰ ਇਹ ਹੋਇਆ ਕਿ ਉਹਨਾਂ ਨੇ ਕਾਫੀ ਵਾਰ ਮੈਨੂੰ ਅਪਰੋਚ ਕੀਤਾ, ਮੈਨੂੰ ਲਗਾਤਾਰ ਕਹਿੰਦੇ ਰਹੇ। ਤੇ ਇੱਕ ਦਿਨ ਮੈਂ ਆਪਣੇ ਪਰਿਵਾਰ 'ਚ ਆ ਕੇ ਜਦੋਂ ਇਹ ਗੱਲ ਕੀਤੀ, ਤੇ ਮੇਰੇ ਮਦਰ ਜਿਹੜੇ ਨੇ ਉਹ ਅਰਵਿੰਦ ਜੀ ਦੇ ਡਾਈ ਹਾਰਡ ਫੈਨ ਹੈਗੇ ਆ ਮੇਰੇ ਮਦਰ। ਤੇ ਜਦੋਂ ਮੈਂ ਉਹਨਾਂ ਨਾਲ ਗੱਲ ਕੀਤੀ ਤਾਂ ਮੈਨੂੰ ਕਹਿੰਦੇ ਕਿ ਜ਼ਰੂਰ ਕਰਨੀ ਚਾਹੀਦੀ ਹੈ, ਕਿਉਂਕਿ ਥੋੜਾ ਜਿਹਾ ਮੇਰੇ ਜਿਹੜੇ ਨਾਨਕੇ, ਮੇਰੇ ਨਾਨਾ ਜੀ ਫਰੀडम ਫਾਈਟਰ ਸੀਗੇ, ਗਿਆਨੀ ਜ਼ੈਲ ਸਿੰਘ ਹੁਣਾਂ ਦੇ ਕਾਫੀ ਕਲੋਜ਼ ਸੀਗੇ ਉਹ। ਔਰ ਮੇਰੇ ਡੈਡ ਇੱਕ ਪੁਆਇੰਟ ਆਫ ਟਾਈਮ ਤੇ ਗਿਆਨੀ ਜ਼ੈਲ ਸਿੰਘ ਹੁਣਾਂ ਦੇ ਪਬਲਿਕ ਰਿਲੇਸ਼ਨ ਆਫਿਸਰ, ਸਪੀਕਰ ਸਾਹਿਬ ਨਾਲ ਤੁਹਾਡੀ ਚੰਗੀ ਬਣਦੀ ਹੋਣੀ। ਹਾਂਜੀ, PRO ਸਾਹਿਬ ਰਹੇ ਸੀਗੇ ਉਹਨਾਂ ਦੇ। ਤੇ ਜਦੋਂ ਮਦਰ ਨੇ ਕਿਹਾ, ਤੇ ਮੈਂ ਕਿਹਾ ਮੰਮੀ ਮੇਰੇ ਕੋਲ ਤਾਂ ਪਹਿਲੇ ਹੀ ਟਾਈਮ ਘੱਟ ਹੁੰਦਾ ਹੈ। ਤੇ ਕਹਿੰਦੇ ਨਹੀਂ, ਅਸੀਂ ਸਾਰੇ ਤੇਰੇ ਨਾਲ ਆ ਇਸ ਡਿਸੀਜਨ ਦੇ ਵਿੱਚ, ਤੇ ਜ਼ਰੂਰ ਜੁਆਇਨ ਕਰਨਾ ਚਾਹੀਦਾ। ਠੀਕ ਹੈ। ਜਦੋਂ ਪਰਿਵਾਰ ਨਾਲ ਇਹ ਗੱਲ ਹੋਈ ਤੇ ਫਿਰ ਕਿਤੇ ਨਾ ਕਿਤੇ ਮੇਰਾ ਮਨ ਬਣ ਗਿਆ, ਤੇ ਮੈਂ ਆਮ ਆਦਮੀ ਪਾਰਟੀ ਐਜ਼ ਵੋਲੰਟੀਅਰ ਜੁਆਇਨ ਕੀਤੀ ਸੀ। ਪਰ ਉਹ ਜੁਆਇਨ ਕਰਨ ਤੋਂ ਬਾਅਦ ਅੱਜ ਦੀ ਡੇਟ ਤੱਕ देयर हैज़ बीन नो लुकिंग बैक। ਪਾਰਟੀ ਨੇ ਸਮੇਂ-ਸਮੇਂ ਤੇ ਇੰਨਾ ਮਾਣ ਪਿਆਰ ਸਤਿਕਾਰ ਦਿੱਤਾ ਹੈ, ਜਿੰਨਾ ਥੈਂਕਸ ਕੀਤਾ ਜਾਏ ਉਹ ਥੋੜਾ ਹੈ। ਟਿਕਟ ਵਾਲਾ ਸੁਭਾਅ ਕਿਵੇਂ ਬਣਿਆ ਫਿਰ? ਔਰ ਅਰਵਿੰਦ ਜੀ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ? ਪਾਰਟੀ ਨੂੰ ਪਤਾ ਹੋਏਗਾ ਟਿਕਟ ਦਾ ਸਬਬ, ਕਿਉਂਕਿ ਮੈਂ ਤਾਂ ਜੀ ਸਿਟੀ ਪ੍ਰੈਜ਼ੀਡੈਂਟ ਸੀਗੀ ਅਗਸਤ ਤੋਂ।
ਪਹਿਲਾਂ ਮੈਂ ਵਿਮਨ ਵਿੰਗ ਦੀ ਕੋ-ਪ੍ਰੈਜ਼ੀਡੈਂਟ ਸਟੇਟ ਰਹੀ ਹਾਂ, ਠੀਕ ਹੈ। ਔਰ ਉਸ ਤੋਂ ਬਾਅਦ ਫਿਰ ਮੈਂ ਸਿਟੀ ਪ੍ਰੈਜ਼ੀਡੈਂਟ ਮੇਨ ਵਿੰਗ ਸੀ ਇਸ ਵੇਲੇ। ਤੇ ਬਸ ਟਿਕਟ ਇੱਕਦਮ ਅਨਾਉਂਸ ਹੋ ਗਿਆ। ਕਿਹਨੇ ਦੱਸਿਆ ਤੁਹਾਨੂੰ ਕਿ ਟਿਕਟ ਅਨਾਉਂਸ ਹੋ ਗਈ ਹੈ? ਮੀਡੀਆ ਦਾ ਕਾਲ ਆਇਆ ਸੀ ਜੀ। ਅੱਛਾ। ਹਾਂਜੀ, ਤੇ ਉਹ ਵਧਾਈ ਦੇਣ ਲੱਗ ਗਏ ਮੈਨੂੰ। ਤੁਹਾਡਾ ਹਾਈ ਕਮਾਂਡ ਨਾਲ ਕੋਈ ਡਾਇਲੌਗ ਨਹੀਂ ਹੋਇਆ? ਨਹੀਂ, ਮੇਰਾ ਟਿਕਟ ਨੂੰ ਲੈ ਕੇ ਕੋਈ ਡਾਇਲੌਗ ਨਹੀਂ ਸੀ ਹੋਇਆ। ਰਾਈਟ। ਤੇ ਕਿਉਂਕਿ ਪਹਿਲਾਂ ਇੱਕ ਟਾਈਮ ਤੇ ਮੈਂ ਇੰਟਰਸਟ ਸ਼ੋ ਕੀਤਾ ਸੀਗਾ ਉਦੋਂ ਨਾਰਥ ਵਿੱਚ, ਕਿਉਂਕਿ ਮੈਂ ਨਾਰਥ ਦੀ ਵੋਟਰ ਸੀ। ਤੇ ਪਰ ਜਦੋਂ ਕੁੰਵਰ ਜੀ ਆ ਗਏ ਤੇ ਓਬਵੀਅਸਲੀ ਸੀ, ਹਮੇਸ਼ਾ ਬੀਇੰਗ ਅ ਟਿਪੀਕਲ ਆਪੀਅਨ ਅਸੀਂ ਕਹੀਦਾ ਸੀ ਕਿ ਸਾਡੇ ਤੋਂ ਅੱਛਾ ਕੋਈ ਵੀ ਜਿਹੜਾ ਬੰਦਾ ਫੇਸ ਆਏਗਾ ਅਸੀਂ ਵੈਲਕਮ ਕਰਾਂਗੇ। ਸੋ ਓਬਵੀਅਸਲੀ ਕੁੰਵਰ ਜੀ ਬੀਇੰਗ ਸੱਚ ਅ ਫੇਸ, ਤੇ ਅਸੀਂ ਆਪ ਹੀ ਜਿਵੇਂ ਕਹੀਦਾ ਕਿ ਗ੍ਰੇਸਫੁਲੀ ਵਿਦਡਰਾ ਕਰ ਜੀਦਾ ਕਿ ਵੀ ਨਹੀਂ ਠੀਕ ਆ, ਹੁਣ ਤਾਂ ਕੁੰਵਰ ਜੀ ਆ ਗਏ ਨਾਰਥ ਦੇ ਵਿੱਚ। ਤੇ ਉਸ ਤੋਂ ਬਾਅਦ ਮੈਨੂੰ ਸਿਟੀ ਪ੍ਰੈਜ਼ੀਡੈਂਟ ਦੀ ਜ਼ਿੰਮੇਵਾਰੀ ਮਿਲ ਗਈ। ਔਰ ਜਦੋਂ ਸਾਨੂੰ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਤੇ ਇੱਕ ਪਾਠ ਪੜਾਇਆ ਜਾਂਦਾ ਹੈ ਕਿ ਟਿਕਟਾਂ ਨਹੀਂ, ਜਿਹੜਿਆਂ ਨੂੰ ਇਹ ਵਾਲੀਆਂ ਜ਼ਿੰਮੇਵਾਰੀਆਂ ਮਿਲੀਆਂ ਉਹ ਟਿਕਟਾਂ ਭੁੱਲ ਜਾਇਓ, ਕਦੇ ਨਹੀਂ ਹੈ। ਸੋ ਮੈਂ ਤਾਂ ਐਕਸਪੈਕਟ ਵੀ ਨਹੀਂ ਸੀ ਕਰ ਰਹੀ ਕਿ ਵੀ ਹੁਣ ਤਾਂ ਆਪਾਂ ਜ਼ਿਲ੍ਹਾ ਪ੍ਰਧਾਨਗੀ ਸੰਭਾਲ ਰਹੇ ਹਾਂ ਤੇ ਟਿਕਟ ਵਾਲੇ ਪਾਸੇ ਨਹੀਂ ਜਾਣਾ। ਦੋ ਮੈਨੂੰ ਬਹੁਤ ਸਾਰੇ ਇੰਟਰਨਲੀ ਕਾਲਸ ਆਉਂਦੇ ਸੀ, ਮੈਮ ਈਸਟ 'ਚ ਆ ਜਾਓ, ਤੁਸੀਂ ਈਸਟ 'ਚ ਤੁਸੀਂ ਪੋਸਟਰਸ ਲਗਵਾਉਣੇ ਸ਼ੁਰੂ ਕਰੋ। ਤੇ ਮੈਂ ਉਹਨਾਂ ਨੂੰ ਇੱਕੋ ਗੱਲ ਕਹਿਣੀ, ਮੈਂ ਕਿਹਾ ਜੋ ਹੈਗੇ ਆ ਉਹਦਾ ਧੰਨਵਾਦ ਕਰਨਾ ਚਾਹੀਦਾ, ਜ਼ਿਲ੍ਹਾ ਪ੍ਰਧਾਨ ਹਾਂ ਔਰ ਪਰਟੀਕੂਲਰਲੀ ਇੱਕ ਹਲਕੇ ਦੇ ਵਿੱਚ ਇੱਦਾਂ ਪੋਸਟਰ ਲਗਵਾਉਣੇ ਮੇਰੀ ਕੌਨਸ਼ੀਅਸ ਅਲਾਉ ਨਹੀਂ ਕਰਦੀ, ਬਿਕੋਜ਼ ਮੇਰੇ ਕੋਲ 5 ਹਲਕੇ ਦੇਖਣ ਨੂੰ। ਸੋ ਇਟ ਜਸਟ ਹੈਪਨਡ। ਪਰ ਪਾਰਟੀ ਦਾ ਅਗੇਨ ਅਰਵਿੰਦ ਜੀ ਦਾ, ਭਗਵੰਤ ਮਾਨ ਸਾਹਿਬ ਦਾ, ਸਾਰੀ ਟੀਮ ਦਾ ਤਹਿ ਦਿਲ ਤੋਂ ਧੰਨਵਾਦ ਹੈ। ਮਾਨ ਸਾਹਿਬ ਤੇ ਕੇਜਰੀਵਾਲ ਨਾਲ ਪਹਿਲੀ ਮੁਲਾਕਾਤ ਕਦੋਂ ਹੋਈ ਸੀ? ਮੈਂ ਸੱਚੀ ਦੱਸਾਂ ਤੇ ਮੇਰੀ 1-to-1 ਮੁਲਾਕਾਤ ਅਰਵਿੰਦ ਜੀ ਦੇ ਨਾਲ ਅਜੇ ਵੀ ਨਹੀਂ ਹੋਈ ਹੋਏਗੀ। ਮਿਲੇ ਆ ਬਹੁਤ ਵਾਰ, ਇੱਥੇ ਆਏ ਆ, ਸਟੇਜਸ ਮੈਂ ਹੈਂਡਲ ਕਰਦੀ ਰਹੀ ਹਾਂ, ਅਰਵਿੰਦ ਜੀ ਨੂੰ ਮੈਂ ਰਿਸੀਵ ਕਰਦੀ ਰਹੀ ਹਾਂ। ਬਟ ਜਿੱਦੋਂ ਕਹੋ ਵੀ ਇਦਾਂ 1-to-1 ਹੈ, ਇਦਾਂ ਮੇਰੀ ਅਜੇ ਵੀ ਨਹੀਂ ਹੋਈ ਹੈ। ਮਾਨ ਸਾਹਿਬ ਨਾਲ ਤੇ ਹੁੰਦੀ ਰਹਿੰਦੀ ਸੀ, ਕਿਉਂਕਿ ਮੈਂ ਕੋ-ਪ੍ਰੈਜ਼ੀਡੈਂਟ ਵਿਮਨ ਵਿੰਗ ਸਟੇਟ ਸੀ ਤਾਂ ਉਦੋਂ ਵੀ ਹੁੰਦੀ ਰਹਿੰਦੀ ਸੀਗੀ। ਕਦੇ ਕੋਈ ਦਿੱਕਤ ਆਉਣੀ, ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣੀ ਕਿ ਮਾਨ ਸਾਹਿਬ ਬੜੀ ਅੱਛੀ ਤਰ੍ਹਾਂ ਆਪਣੇ ਕੈਡਰ ਨੂੰ ਅਟੈਂਡ ਕਰਦੇ ਸੀਗੇ ਕਿ ਜਦੋਂ ਇੱਕ ਵਾਰ ਕੈਂਪੇਨ ਸੀ ਕੋਈ, ਤੇ ਜਿਵੇਂ ਮੈਂ ਲਿਖ ਦੇਣਾ, ਜਦੋਂ ਮੈਂ ਵਰਕਹੋਲਿਕ ਹਾਂ, ਮੈਨੂੰ ਚੰਗਾ ਲੱਗਦਾ ਕੰਮ ਕਰਨਾ, ਕਿਉਂਕਿ ਮੈਨੂੰ ਇਹ ਲੱਗਦਾ ਕਿ ਜਦੋਂ ਅਸੀਂ ਘਰਾਂ 'ਚੋਂ ਜਾ ਰਹੇ ਹਾਂ ਕੰਮ ਕਰਨ, ਤੇ ਫਿਰ ਜੇ ਬਾਹਰ ਵੀ ਕੰਮ ਨਹੀਂ ਕਰਨਾ, ਘਰਾਂ ਨੂੰ ਵੀ ਛੱਡ ਕੇ ਜਾਂਦੇ ਹਾਂ, ਤਾਂ ਐਟਲੀਸਟ ਕਿਤੇ ਤੇ ਕੰਮ ਹੋਣਾ ਚਾਹੀਦਾ। ਵਧੀਆ ਗੱਲ ਹੈ। ਤਾਂ ਸਭ ਨੂੰ ਮੈਂ ਇੱਕ ਗੱਲ ਕਹਿੰਦੀ ਕਿ ਜਦੋਂ ਘਰੋਂ ਨਿਕਲ ਆਉਂਦੇ ਹੋ ਨਾ, ਘਰੋਂ ਨਿਕਲ ਗਏ, ਬਿਲਕੁਲ ਸਹੀ ਗੱਲ ਹੈ, ਫਿਰ ਕੰਮ ਕਰੋ। ਤੁਸੀਂ ਕਹਿੰਦੇ ਹੋ ਮੈਂ ਇੰਪਲੀਮੈਂਟ ਕੀਤਾ ਹੈ, ਗੁੱਡ ਹੈ। ਸੋ ਮੈਂ ਨਾ ਇੱਕ ਦਿਨ ਲਿਖ ਦਿੱਤਾ ਕਿ ਮੈਨੂੰ ਨਾ ਸਰ 6 ਮਹੀਨੇ ਲਈ ਸਬੈਟੀਕਲ ਚਾਹੀਦਾ, ਤੇ ਉਹ ਸਾਰੇ ਉਹ ਸਮਝ ਗਏ ਕਿ ਇਹ ਤੇ ਇਦਾਂ ਸਬੈਟੀਕਲ ਮੰਗਣ ਵਾਲੇ ਦਿਨ ਪੈਦਾ ਨਹੀਂ ਹੋਈ ਹੈ, ਜ਼ਰੂਰ ਕੋਈ ਇਸ਼ੂ ਹੋਏਗਾ। ਮੈਨੂੰ ਕਹਿੰਦੇ ਕਿ ਚੁੱਪ ਕਰਕੇ ਨਾ ਚੰਡੀਗੜ੍ਹ ਆ ਜਾਓ, ਜਿਹੜੀ ਪ੍ਰੋਬਲਮ ਹੈ ਇੱਥੇ ਬਹਿ ਕੇ ਡਿਸਕਸ ਕਰੋ ਤੇ ਉਹਦਾ ਹੱਲ ਕਰ ਦਿੰਦੇ। ਔਰ ਉਹਨਾਂ ਨੇ ਐਕਚੁਅਲੀ ਉੱਥੇ ਬੈਠ ਕੇ ਉਹਦਾ ਹੱਲ ਕੱਢਿਆ, ਕਿਉਂਕਿ ਕੈਂਪੇਨ 'ਚ ਮੈਨੂੰ ਕੁਝ ਇਸ਼ੂਜ਼ ਆਉਂਦੇ ਸੀ ਮੇਰੀ ਮਰਜ਼ੀ ਨਾਲ। ਜਿਵੇਂ ਹੁੰਦਾ ਮੈਨੂੰ ਲੱਗਦਾ ਵੀ ਕੈਂਪੇਨ ਬਹੁਤ ਵਧੀਆ ਤਰੀਕੇ ਨਾਲ, ਇਹ ਪੁਰਾਣੀ ਗੱਲ ਹੈ, ਕਾਫੀ ਪੁਰਾਣੀ ਗੱਲ ਹੈ, ਅਰਾਊਂਡ ਆਈ ਥਿੰਕ 19 MP ਇਲੈਕਸ਼ਨਸ ਜਦੋਂ ਚੱਲ ਰਹੇ ਸੀ ਉਦੋਂ ਦੀ ਮੈਂ ਗੱਲ ਦੱਸ ਰਹੀ ਹਾਂ। ਤੇ ਮਾਨ ਸਾਹਿਬ ਨਾਲ ਤੇ ਮੀਟਿੰਗਸ ਹੁੰਦੀਆਂ ਰਹਿੰਦੀਆਂ, ਔਰ ਹੁਣ ਤੇ ਇਨਫੈਕਟ ਮਜ਼ੇ ਦੀ ਗੱਲ ਇਹ ਹੈ ਕਿ CM ਬਣਨ ਤੋਂ ਬਾਅਦ ਜ਼ਿਆਦਾ ਹੋ ਰਹੀਆਂ। ਅੱਛਾ। ਜਿਹੜੀਆਂ ਕਿ ਸ਼ਾਇਦ ਸਾਰਿਆਂ ਲਈ ਇੱਕ ਨਿਊਜ਼ ਹੋਏਗੀ, ਪਰ ਯੈਸ 1-to-1 ਮੀਟਿੰਗਸ ਮਾਨ ਸਾਹਿਬ ਨੂੰ ਮੇਰੇ ਖਿਆਲ ਆ 2 ਮਹੀਨੇ 8 ਦਿਨ ਦੇ ਵਿੱਚ ਅਸੀਂ 3 ਜਾਂ 4 ਵਾਰ 1-to-1 ਮਿਲ ਲਿਆ ਹੋਇਆ। ਹਾਂਜੀ। ਅੱਛਾ, ਮੈਂ ਪਰਿਵਾਰ ਦੇ ਬਾਰੇ ਪੁੱਛਣਾ ਚਾਹੂੰਗਾ, ਫੈਮਿਲੀ 'ਚ ਤੁਹਾਡੇ ਕੌਣ-ਕੌਣ ਹੈ ਤੇ ਪਰਿਵਾਰ ਦਾ ਕੀ ਕਾਰੋਬਾਰ ਹੈ? ਬਿਜ਼ਨਸਮੈਨ ਨੇ ਮੇਰੇ ਹਸਬੈਂਡ, ਮੈਂ ਸਰਵਿਸ ਕਲਾਸ ਨੂੰ ਬਿਲੋਂਗ ਕਰਦੀ ਹਾਂ। ਮੇਰੇ ਫਾਦਰ, ਜਿਵੇਂ ਮੈਂ ਪਹਿਲਾਂ ਦੱਸਿਆ, 에ਅਰ ਫੋਰਸ 'ਚ ਸੀਗੇ, ਫਿਰ ਗਵਰਨਮੈਂਟ ਆਫ ਪੰਜਾਬ ਦੇ ਵਿੱਚ ਪਬਲਿਕ ਰਿਲੇਸ਼ਨ ਆਫਿਸਰ, ਇਵੈਂਚੁਅਲੀ ਪੰਜਾਬ ਐਂਡ ਸਿੰਧ ਬੈਂਕ ਤੋਂ ਰਿਟਾਇਰ ਹੋਏ ਸੀ। ਲਾਸਟ ਈਅਰ ਡੈਥ ਹੋ ਗਈ ਉਹਨਾਂ ਦੀ ਕੋਵਿਡ ਕਰਕੇ। ਵੈਰੀ ਸੈਡ। ਔਰ ਇਨ-ਲॉज ਜੀ ਰਿਨਾਊਂਡ ਬਿਜ਼ਨਸ ਫੈਮਿਲੀ ਅੰਮ੍ਰਿਤਸਰ ਦੀ ਗਗਨ ਸਿਨੇਮਾ ਸੀਗਾ, ਮਜੀਠੇ ਰਾਈਸ ਸ਼ੈਲਰਸ ਆਈਸ ਫੈਕਟਰੀ ਕੋਲਡ ਸਟੋਰ ਦਾ ਕੰਮ ਸੀਗਾ ਸਾਡੇ, ਜਕੜਬੰਦ ਪਰਿਵਾਰ ਕਰਕੇ ਸਾਰੇ ਜਾਣਦੇ ਆ। ਤੇ ਹਸਬੈਂਡ ਨੇ ਬਿਜ਼ਨਸ 'ਚ ਨੇ, ਅਜੇ ਵੀ ਮਜੀਠੇ ਹੀ ਕੰਮ ਹੈ। ਔਰ ਡਿਊਰਿੰਗ ਦ ਕੈਂਪੇਨ ਬੜੇ ਉਲਟੇ ਸੁਨੇਹੇ ਉਹਨਾਂ ਨੂੰ ਜਾਂਦੇ ਰਹੇ ਉੱਥੇ ਮਜੀਠੇ। ਐਂਡ ਬ੍ਰਦਰ ਇੱਕ ਜਿਹੜਾ ਐਡਵੋਕੇਟ ਹੈ, और बच्चे ने मेरे, बेटी मेरी डॉक्टर है जी, डेंटिस्ट है, चंडीगढ़ है, बेटा हाई कोर्ट एडवोकेट है। ठीक है। हाँ जी। माझे च फिर सूटकेस वाले ਤੁਹਾਡੇ ਕੋਲ ਵੀ ਆਉਂਦੇ ਆ ਜੀ ਕੰਮ ਕਰਵਾਉਣ? ਨਹੀਂ ਜੀ, ਸਾਨੂੰ ਸੂਟਕੇਸਿਸ ਦੀ ਲੋੜ ਨਹੀਂ ਹੈ। ਨਹੀਂ, ਚਲੋ ਤੁਹਾਨੂੰ ਲੋੜ ਤਾਂ ਨਹੀਂ ਹੈ, ਪਰ ਇਸ ਤਰ੍ਹਾਂ ਦੀ ਅਪਰੋਚ ਆਉਂਦੀ ਆ? ਨਹੀਂ ਜੀ, ਇਦਾਂ ਹੈ ਕਿ ਪ੍ਰਮਾਤਮਾ ਦਾ
ਇੰਨਾ ਕੁ ਮੇਰੇ ਉੱਤੇ ਕਿਰਪਾ ਕਹਿ ਲਓ, ਤੇ ਲੋਕਾਂ ਨੂੰ ਇੱਕ ਇਮੇਜ ਮੇਰੀ ਇਹ ਗਈ ਹੋਈ ਹੈ ਵੀ ਬਹੁਤ ਛੇਤੀ ਟਫ ਲੁੱਕਸ ਦੇ ਦਿੰਦੀ ਹੈ ਇਹ ਲੇਡੀ। ਮਤਲਬ ਗੱਲ ਕਰਨ ਲੱਗਿਆਂ ਵੀ ਇਹਨੂੰ ਪਤਾ ਹੈ ਕਿ ਇਹਨੇ ਕੁਝ ਵੀ ਇਸ ਤਰ੍ਹਾਂ ਦੀ ਸੁਣਨੀ ਨਹੀਂ ਹੈ। ਹਾਂ, ਬਟ ਜਿੱਥੇ ਜੈਨੂਇਨ ਕੰਮ ਹੈ ਉੱਥੇ ਪਿੱਛੇ ਨਹੀਂ ਹਟਣਾ, ਤੇ ਗਲਤ ਕੰਮ ਕਿਸੇ ਦਾ ਸੁਣਨਾ ਹੀ ਨਹੀਂ ਹੈ। ਸ਼ੌਂਕ ਕੀ ਹੈ ਤੁਹਾਡੇ? शौक बहुत सारे हैं। कुकिंग शौक है, गार्डनिंग शौक है, रीडिंग शौक है, म्यूजिक डांस म्यूजिक शौक है मेरा। ठीक है। ਤੇ ਸਮੇਂ ਘੱਟ ਲੱਗਦਾ ਹੈ ਕੁਕਿੰਗ ਵਗੈਰਾ ਦਾ, ਕਿਉਂਕਿ ਐਕਟਿਵਲੀ ਹੁਣ ਬਹੁਤ ਦੇਰ ਤੋਂ ਪੋਲਿਟਿਕਸ ਦੇ ਵਿੱਚ ਸੀ, ਸੋਸ਼ਲ ਵਰਕ 'ਚ ਸੀਗੀ, ਪਰ ਇਹ ਵਾਲੇ ਸ਼ੌਕ ਨੇ। ਬੱਚੇ ਮਾਂ ਦੇ ਨੇੜੇ ਹੈ ਕਿ ਬਾਪੂ ਨਾਲ ਜ਼ਿਆਦਾ ਬਣਦੀ ਹੈ? ਕਿਉਂਕਿ ਤੁਸੀਂ ਤਾਂ ਮੈਂ ਕਿਹਾ ਟਾਈਮ ਕੱਢਦੇ ਨਹੀਂ, ਨੇੜੇ ਤੇ ਖੈਰ ਦੋਨਾਂ ਦੇ ਹੀ ਨੇ, ਬਟ ਫਾਦਰ ਨਾਲ ਬਹੁਤ ਜ਼ਿਆਦਾ ਤਾਂ ਬਣਦੀ ਵੀ ਉਹ ਲਿਬਰਲ ਨੇ ਤੇ ਮੈਂ ਸਟ੍ਰਿਕਟ ਮਦਰ ਆ, ਤੇ ਉਹ ਫਿਰ ਪਾਪਾ ਤੱਕ ਸਾਰਾ ਕੁਝ ਜਦੋਂ ਹੋ ਜਾਂਦਾ ਹੈ ਮੈਨੂੰ ਸਿਰਫ ਇਨਫੋਰਮ ਕੀਤਾ ਜਾਂਦਾ ਹੈ ਕਿ ਆਪਕੋ ਸਿਰਫ ਬਤਾ ਰਹੇ ਹੈ, ਬਾਕੀ ਸਭ ਪਾਪਾ ਨਾਲ ਡਨ ਹੋ ਗਿਆ ਹੈ। ਠੀਕ ਹੈ। ਜ਼ਿੰਦਗੀ 'ਚ ਸਭ ਤੋਂ ਔਖਾ ਸਮਾਂ ਕਿਹੜਾ ਸੀ? ਦੇਖੋ, ਮੇਰਾ ਇਹ ਮੰਨਣਾ ਵੀ ਸਪੈਸੀਫਿਕਲੀ ਕੋਈ ਇਹ ਕਹਿ ਦੇਣਾ ਵੀ ਕੋਈ ਔਖਾ ਸਮਾਂ ਕਿਹੜਾ ਸੀ, ਇਦਾਂ ਨਹੀਂ ਹੈ। ਮੈਨੂੰ ਲੱਗਦਾ ਲਾਈਫ 'ਚ ਅਪਸ ਐਂਡ ਡਾਊਨਸ ਤੇ ਰਹਿੰਦੇ ਹੀ ਹੈ, ਤੇ ਸਿਰਫ ਮੈਟਰ ਇਹ ਕਰਦਾ ਤੁਹਾਡੀ ਅਪਰੋਚ ਕੀ ਹੈ। ਚੈਲੰਜਸ ਤੇ ਹਮੇਸ਼ਾ ਹੀ ਰਹਿੰਦੇ ਨੇ। ਕਈਆਂ ਨੂੰ ਸ਼ਾਇਦ ਔਖਾ ਟਾਈਮ ਇਹ ਲੱਗਾ ਹੋਏਗਾ ਵੀ ਕੈਂਪੇਨ ਬਹੁਤ ਔਖੀ ਸੀ ਜਾਂ ਹੁਣ ਬਹੁਤ ਔਖਾ ਹੈ। ਮੈਨੂੰ ਇਸ ਤਰ੍ਹਾਂ ਔਖਾ ਨਹੀਂ ਲੱਗਦਾ, ਐਜ਼ ਲੌਂਗ ਐਜ਼ ਯੂ ਆਰ ਏਬਲ ਟੂ ਮੈਨੇਜ ਐਵਰੀਥਿੰਗ। ਮੈਨੂੰ ਲੱਗਦਾ ਕਿ ਤੁਹਾਡੇ 'ਚ ਮੈਨੇਜ ਕਰਨ ਦੇ ਸਕਿੱਲਸ ਹੋਣੇ ਚਾਹੀਦੇ ਹੈ, ਇੱਕ ਬੈਲੈਂਸ ਕ੍ਰੀਏਟ ਕਰਨ ਦੀ ਗੱਲ ਹੈ। ਬਾਕੀ ਲਾਈਫ 'ਚ ਹਰ ਕਿਸੇ ਦੀ ਲਾਈਫ 'ਚ ਚੈਲੰਜਸ ਨੇ, ਨੇਚਰ ਆਫ ਚੈਲੰਜ ਡਿਫਰੈਂਟ ਹੋ ਸਕਦੀ ਹੈ। ਸੋ ਠੀਕ ਹੈ, ਰੱਬ ਕੰਪਨਸੇਟ ਕਰਦਾ ਹੈ। ਅਗਰ ਕਿਤੇ ਔਖਾ ਟਾਈਮ ਕਿਤੇ ਆਇਆ ਹੋਏਗਾ ਤਾਂ ਇਵੈਂਚੁਅਲੀ ਦੇਰ ਸਵੇਰ ਰੱਬ ਕੰਪਨਸੇਟ ਕਰਦਾ। ਆਖਰੀ ਸਵਾਲ ਹੈ ਮੇਰਾ, ਮੈਂ ਆਮ ਤੌਰ ਤੇ ਜੀਵਨ ਜੀ ਮਹਿਸੂਸ ਕੀਤਾ ਹੈ ਕਿ ਜਿਹੜਾ ਵੀ ਪੋਲੀਟੀਸ਼ੀਅਨ ਬਹੁਤ ਮਾਸ ਲੈਵਲ ਤੇ ਹੁੰਦਾ ਹੈ, ਜਦੋਂ ਡੈਜ਼ਿਗਨੇਸ਼ਨ ਤੇ ਪਹੁੰਚ ਜਾਂਦਾ ਜਾਂ ਹਾਸਲ ਕਰ ਲੈਂਦਾ, ਤੇ ਉਸ ਤੋਂ ਬਾਅਦ ਸਿਸਟਮ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਬਿਲੋ ਦਾ ਪਾਵਰਟੀ ਜਿਹੜੇ ਲੋਕ ਹੁੰਦੇ ਆ ਉਹਨਾਂ ਦੇ ਨਾਲ ਡਿਸਕਨੈਕਟ ਹੋ ਜਾਂਦਾ, ਤੇ ਉਹ ਮਸਲੇ ਵੀ ਕਿਤੇ ਨਾ ਕਿਤੇ ਡਿਵੈਲਪਮੈਂਟ ਦੀ ਆੜ ਦੇ ਅੰਦਰ ਡੀਰੇਲ ਹੋ ਜਾਂਦੇ ਆ। ਫੋਰ ਐਗਜ਼ਾਮਪਲ, ਇਨਫਰਾਸਟਰਕਚਰ ਦੀ ਡਿਵੈਲਪਮੈਂਟ ਕਰਦਿਆਂ ਲੋਕਲ ਲੋਕਾਂ ਦੀਆਂ ਕੀ ਸਮੱਸਿਆਵਾਂ ਨੇ। ਤੁਸੀਂ ਕਹਿ ਲਓ ਕਿ ਮੈਂ ਸੰਗਰੂਰ 'ਚ ਇੱਥੋਂ ਤੱਕ ਵੀ ਸੁਣਿਆ ਵੀ ਉੱਥੇ ਲੋਕਾਂ ਦੇ ਕੋਲ ਪਾਥੀਆਂ ਪੱਥਰ ਨੂੰ ਵੀ ਜਗ੍ਹਾ ਨਹੀਂ ਹੈਗੀ, ਤੇ ਉਹਨਾਂ ਦੀ ਡਿਮਾਂਡ ਇਹ ਹੈ, ਕਿਉਂਕਿ ਇਟਸ ਵੈਰੀ ਅਨਫੋਰਚੂਨੇਟ ਕਿ ਸਾਡੀ ਸਟੇਟ ਦੇ ਅੰਦਰ ਕੁਝ ਇਸ ਤਰ੍ਹਾਂ ਦੀਆਂ ਡਿਮਾਂਡਸ ਹੈਗੀਆਂ ਲੋਕਾਂ ਦੀਆਂ। ਤੁਸੀਂ ਮਹਿਸੂਸ ਕਰਦੇ ਹੋ ਕਿ ਵਾਕਈ ਇਸ ਤਰ੍ਹਾਂ ਦੀ ਪ੍ਰੋਬਲਮ ਹੈ ਕਿ ਜਦੋਂ ਬੰਦਾ ਵਿਧਾਇਕ ਬਣ ਜਾਂਦਾ ਹੈ ਤੇ ਸਿਸਟਮ ਸ਼ਾਇਦ ਉਹ ਗੈਪ ਪਾ ਦਿੰਦਾ ਜਨਤਾ ਤੇ ਲੀਡਰ ਦੇ ਦਰਮਿਆਨ? ਦੇਖੋ, ਅਜੇ ਤੱਕ ਜੋ ਤੁਸੀਂ ਕਹਿ ਰਹੇ ਹੋ ਮੈਨੂੰ ਲੱਗਦਾ ਇਹ ਹੁੰਦਾ ਆਇਆ ਹੈ, ਠੀਕ ਹੈ, ਔਰ ਪਰ ਮੈਂ ਕਦੇ ਨਹੀਂ ਚਾਹਾਂਗੀ ਕਿ ਮੇਰੇ ਕੇਸ 'ਚ ਹੋਏ। ਮੈਨੂੰ ਲੋਕ ਜਦੋਂ ਜਿੱਤਣ ਤੋਂ ਬਾਅਦ ਵੀ ਗੱਲ ਕਰਦੇ ਸੀਗੇ ਤੇ ਮੈਨੂੰ ਅਕਸਰ ਕਹਿ ਦਿੰਦੇ ਕਿ ਮਿਨਿਸਟਰੀ ਵੱਲ ਹੋ ਜਾਓ, ਤਾਂ ਮੈਂ ਉਹਨਾਂ ਨੂੰ ਕਹਿੰਦੀ ਹਾਂ ਕਿ ਮੈਨੂੰ ਜੋ ਰੱਬ ਨੇ ਦਿੱਤਾ ਮੈਨੂੰ ਉਹਦੇ 'ਚ ਮੈਂ ਬਹੁਤ ਖੁਸ਼ ਹਾਂ, ਔਰ ਮੈਂ ਆਪਣੇ ਲੋਕਾਂ 'ਚ ਰਹਿਣਾ ਪਸੰਦ। ਲੋਕੀ ਵੀ ਕਹਿੰਦੇ ਯਾਰ ਐਮਐਲਏ ਬਣਨ ਤੋਂ ਬਾਅਦ ਗੇੜਾ ਹੀ ਨਹੀਂ ਮਾਰਿਆ, ਜਾਂ ਹੁਣ ਤਾਂ ਭਾਈ ਵੋਟਾਂ ਆ ਗਈਆਂ ਉਦੋਂ ਹੀ ਆਉਣਗੇ ਸਾਡੇ ਵਾਲੇ ਪਾਸੇ। ਤੁਹਾਨੂੰ ਲੱਗਦਾ ਕੌਂਸਟੀਚੁਐਂਸੀ 'ਚ ਚੱਕਰ ਮਾਰਦੇ ਰਹਿਣ ਨਾਲ ਫਾਇਦਾ ਹੁੰਦਾ? ਹਾਂਜੀ, ਬਿਲਕੁਲ ਹੁੰਦਾ ਹੈ ਜੀ, ਔਰ ਕੌਂਸਟੀਚੁਐਂਸੀ ਦੇ ਵਿੱਚ ਚੱਕਰ ਮਾਰਨਾ ਸਾਡਾ ਪਹਿਲਾ ਫਰਜ਼ ਹੈ, ਕਿਉਂਕਿ ਇਹੀ ਕਹਿ ਕੇ ਤਾਂ ਵੋਟਾਂ ਮੰਗਦੇ ਹਾਂ ਕਿ ਅਸੀਂ ਫੋਨ ਕਾਲ ਅਵੇ ਹਾਂ, ਹੈ ਨਾ, ਅਸੀਂ ਤੁਹਾਡੇ ਕੋਲ ਰਵਾਂਗੇ। ਇੱਕ ਇਹਦੇ 'ਚ ਮੈਂ ਤੁਹਾਨੂੰ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦੀ ਹਾਂ ਵੀ ਰਾਤ ਨੂੰ ਕਿਸੇ ਟਾਈਮ ਮੈਨੂੰ 12:30 ਪੌਣੇ 1 ਵਜੇ ਵੀ 1-2 ਕਾਲਸ ਆਏ ਹੈ, ਤਾਂ ਮੇਰਾ ਮਨ ਹੀ ਨਹੀਂ ਮੰਨਿਆ ਕਿ ਅਨਨੋਨ ਨੰਬਰ ਹੈ, ਕੋਈ ਲੋੜਵੰਦ ਹੋਏਗਾ, ਔਰ ਉਹ ਨਿਕਲਿਆ ਵੀ ਲੋੜਵੰਦ, ਤੇ ਉਹ ਕੀਤਾ ਵੀ। ਸੋ ਜੇ ਅਸੀਂ ਇਹ ਨਹੀਂ ਕਰ ਸਕਦੇ ਤੇ ਫਿਰ ਅਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਕਿਵੇਂ ਹੋਏ? ਸੋ ਮੇਰੇ ਖਿਆਲ 'ਚ ਆਪਣੇ ਜਿਹੜੇ ਥੱਲੇ ਤੁਹਾਡੇ ਲੋਕ ਹੈ, ਜਿਹੜੇ ਜਿਵੇਂ ਤੁਸੀਂ ਬਿਲੋ ਦ ਪਾਵਰਟੀ ਲਾਈਨ ਦੀ ਗੱਲ ਕਰਦੇ ਸੀ, ਉਹਨਾਂ ਨਾਲ ਵੀ ਕਨੈਕਟਡ ਰਹਿਣਾ ਬਹੁਤ ਜ਼ਰੂਰੀ ਹੈ। ਹਾਂ, ਜਿਵੇਂ ਤੁਸੀਂ ਕਿਹਾ ਕਿ ਸ਼ਾਇਦ ਕੁਝ ਹਾਲਾਤ ਇਦਾਂ ਦੇ ਬਣ ਜਾਂਦੇ ਆ, ਤਾਂ ਉਹ ਮੈਂ ਹੁਣ ਮਹਿਸੂਸ ਕਰਦੀ ਹਾਂ ਕਿਸੇ ਟਾਈਮ ਲੱਗਦਾ ਹੈ ਕਿ ਅੱਛਾ ਇਹ ਰੀਜ਼ਨਸ ਹੈ ਵੀ ਲੀਡਰ ਇਦਾਂ ਦੇ ਹੋ ਜਾਂਦੇ ਆ, ਠੀਕ ਹੈ। ਬਟ ਫਿਰ ਮੈਨੂੰ ਲੱਗਦਾ ਹੈ ਕਿ ਅਗਰ ਇੱਕ ਲੀਡਰ ਚਾਹੇ ਤੇ ਉਹਦਾ ਇੱਕ ਹੱਲ ਨਿਕਲ ਸਕਦਾ। ਜਿਵੇਂ ਮੈਨੂੰ ਵੀ ਇਨੀਸ਼ੀਅਲੀ ਇਹ ਪ੍ਰੋਬਲਮ ਆਣੀ ਸ਼ੁਰੂ ਹੋ ਗਈ ਸੀ, ਪਰ ਉਹਦਾ ਹੱਲ ਕੱਢ ਲਿਆ ਅਸੀਂ। ਇੱਕ ਫੋਨ ਨੰਬਰ ਇਸ ਤਰ੍ਹਾਂ ਦਾ ਹੈ ਜਿਹਦੇ ਤੇ ਹਰ ਕੋਈ ਕਾਲ ਕਰਦਾ। ਅੱਜ ਤੁਸੀਂ ਮੇਰੇ ਅਗਰ ਆਫਿਸ ਚੱਲੋਗੇ, ਹੁਣ ਮੇਰਾ ਆਫਿਸ ਦਾ ਟਾਈਮ ਫਿਕਸਡ ਹੈ ਇਹ ਵਾਲਾ, ਕਿਉਂਕਿ ਮੈਨੂੰ ਇਹ ਵੀ ਲੱਗਦਾ ਵੀ ਬੰਦਾ ਜਿੱਥੋਂ ਉੱਠਿਆ ਹੋਏ ਉਹ ਜਗ੍ਹਾ ਨਹੀਂ ਛੱਡਣੀ ਚਾਹੀਦੀ। ਸਵੇਰੇ 8 ਵਜੇ ਮੈਂ ਆਪਣੇ ਐਨਜੀਓ ਆਫਿਸ ਜਾਣਾ ਹੀ ਜਾਣਾ ਹੈ, 2 ਆਵਰਸ ਮੈਂ ਉੱਥੇ ਲਗਾਉਣੇ ਆ, ਅੰਟਿਲ ਐਂਡ ਅਨਲੈਸ ਕੋਈ ਹੋਰ ਐਮਰਜੈਂਸੀ ਵਾਲਾ ਕੰਮ ਨਹੀਂ, ਪਰ ਉੱਥੇ ਵੀ ਮੈਨੂੰ ਲੋਕ ਮਿਲਣ ਆ ਜਾਂਦੇ ਆ। ਉਸ ਤੋਂ ਬਾਅਦ ਦਾ ਸਮਾਂ ਜਿਹੜਾ ਹੈ ਲੋਕਾਂ ਨੇ ਕਨਫਰਮ ਕਰ ਲੈਣਾ ਫੋਨ ਕਰਕੇ ਕਿ ਮੈਮ ਨੇ ਅੱਜ ਕਿੰਨੇ ਤੋਂ ਕਿੰਨੇ ਆਫਿਸ ਬੈਠਣਾ ਹੈ, ਔਰ ਮੈਂ ਉੱਥੇ ਬੈਠਦੀ ਹਾਂ। ਫਿਰ ਚਾਹੇ ਮੈਨੂੰ 6 ਵਜਣ ਚਾਹੇ 7, ਲੇਕਿਨ ਅਗਰ ਜਦ ਤੱਕ ਮੇਰੇ ਕੋਲ ਲੋਕ ਆਫਿਸ 'ਚ ਨੇ ਮੈਂ ਇੱਥੋਂ ਨਿਕਲਦੀ ਨਹੀਂ ਹਾਂ। ਮੈਨੂੰ ਚੰਗਾ ਨਹੀਂ ਲੱਗਦਾ, ਮੇਰਾ ਮਨ ਨਹੀਂ ਕਰਦਾ ਕਿ ਇੱਥੇ ਬਾਹਰ ਬੈਠੇ ਤੇ ਮੈਂ ਵਿੱਚੋਂ ਕਿਵੇਂ ਨਿਕਲ ਕੇ ਚਲੇ ਜਾਵਾਂ। ਸੋ ਇਹ ਸਿਰਫ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਆਪਣੇ ਆਪ ਨੂੰ ਕਿੱਦਾਂ ਦਾ ਲੀਡਰ ਬਣਾਉਣਾ ਹੈ। ਜੀ, ਪੂਰੀ ਉਮੀਦ ਹੈ ਤੁਸੀਂ ਆਪਣੀ ਸੋਚ ਦੇ ਮੁਤਾਬਕ ਕੰਮ ਕਰੋਗੇ। ਬਹੁਤ ਬਹੁਤ ਧੰਨਵਾਦ ਜਗਬਾਣੀ ਨੂੰ ਸਮਾਂ ਦੇਣ ਲਈ। ਥੈਂਕ ਯੂ ਸੋ ਮਚ। ਥੈਂਕ ਯੂ ਰਮਨ।